ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਗੁਰ ਚਰਨ ਸੋ ਛਤਰ ਸਿਰ, ਸਦਾ ਅਟਲ ਜਿਹ ਛਾਇ। ਆਤ ਪੰਜਮ ਕੀ ਜਾਤ ਨਾ, ਕਿਉ ਸਮੀਪ ਸੋਵਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ ਵਿੱਚ ਆਪ ਨੇ ਸ਼ਰਵਣ ਕੀਤਾ ਹੈ, ਸਤਿਗੁਰੂ ਜੀ ਸੰਸਾਰ ਸਾਗਰ ਨੂੰ, ਗੁਰਸਿੱਖਾਂ ਨੂੰ ਪਾਰ ਲੰਘਣ ਵਾਸਤੇ ਨਾਮ ਦਾ ਪੁਲ ਬਖਸ਼ਿਸ਼ ਕਰ ਰਹੇ ਹਨ। ਸ੍ਰੀ ਪਟਨਾ ਸਾਹਿਬ ਜਿਹਦਾ ਪਹਿਲਾ ਨਾਮ ਪਾਟਲੀ ਪੁੱਤਰ ਸੀ ਜਾਂ ਬਿਸ਼ੰਬਰਪੁਰ ਸੀ, ਉੱਥੇ ਪਹੁੰਚ ਕੇ ਮਹਾਰਾਜ ਜੀ ਨੇ, ਉੱਥੇ ਇੱਕ ਜੌਹਰੀ ਸੀ ਸਾਲਸਰਾਏ, ਉਸ ਨੂੰ ਤਾਰਿਆ। ਸਭ ਤੋਂ ਪਹਿਲਾਂ ਜਿਹੜਾ ਉਹਦਾ ਨੌਕਰ ਸੀ ਅਧਰਕਾ, ਜੋ ਜਿਹਨੇ ਪਹਿਲਾਂ ਆ ਕੇ ਮੱਥਾ ਟੇਕਿਆ ਸੀ, ਜਿਵੇਂ ਕਿ ਸਾਲਸਰਾਏ ਨੇ ਕਿਹਾ ਕਿ ਜਾ ਤੂੰ ਜਾ ਕੇ ਜਿਹੜੇ ਬਾਹਰ ਆਏ ਹੋਏ ਨੇ ਮਹਾਂਪੁਰਸ਼, ਉਹਨਾਂ ਨੂੰ ਬੇਨਤੀ ਕਰੀ ਵੀ ਤੁਸੀਂ ਬੈਠੇ ਰਹੋ ਤੇ ਸ਼ਾਹੂਕਾਰ ਜੀ ਨੇ ਦਰਸ਼ਨ ਕਰਨੇ ਨੇ। ਇਹ ਗੱਲ ਹੁੰਦੀ ਪਹਿਲ ਦੀ, ਜਿਹਨੇ ਪਹਿਲ ਕਰ ਦਿੱਤੀ ਉਹ ਤੇ ਕਿਰਪਾ ਹੋ ਗਈ। ਉਹ ਆਪਣੇ ਆਕੜ ਵਿੱਚ ਸੀ ਥੋੜਾ ਜਿਹਾ, ਭਾਵੇਂ ਉਹ 0.5% ਹੀ ਹੋਵੇ, ਭਈ ਮੈਂ ਸ਼ਾਹੂਕਾਰ ਹਾਂ, ਤੂੰ ਨੌਕਰ ਹਾਂ, ਤੂੰ ਜਾ ਕੇ ਉਹਨਾਂ ਨੂੰ ਰੋਕ। ਉਹਨੇ ਆ ਕੇ, ਗਰੀਬ ਆਦਮੀ ਸੀ, ਡੰਡੇਵਤ ਲੰਮੇ ਪੈ ਕੇ ਮਹਾਰਾਜ ਨੂੰ ਮੱਥਾ ਟੇਕਿਆ, ਕਿਉਂਕਿ ਪਹਿਲਾਂ ਕਿਰਪਾ ਹੋ ਗਈ ਉਹਦੇ ਤੇ। ਇਸ ਕਰਕੇ ਸਤਿਗੁਰਾਂ ਨੇ ਉਹਨੂੰ ਮੰਜੀ ਬਖਸ਼ੀ, ਬ੍ਰਹਮ ਗਿਆਨ ਦਿੱਤਾ। ਸ਼ਾਹੂਕਾਰ ਨੂੰ ਵੀ ਉਪਦੇਸ਼ ਦੇ ਕੇ ਤਾਰਿਆ। ਆਓ ਅੱਗੇ ਸ਼ਰਵਣ ਕਰਦੇ ਹਾਂ, ਜਿਵੇਂ ਮਹਾਰਾਜ ਕਿਰਪਾ ਕਰਨਗੇ। 51 ਅਧਿਆਏ ਸ਼ਰਵਣ ਕਰ ਚੁੱਕੇ ਹਾਂ। ਸੋ ਅੱਜ ਪਾਵਨ ਦਿਹਾੜਾ ਸੰਗਰਾਂਦ, ਨਾਲ ਨਾਲ 7ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿਵਸ ਮਨਾ ਰਹੀਆਂ ਨੇ ਸੰਗਤਾਂ। ਸ਼ਰਵਣ ਕਰਦੇ ਹਾਂ ਗੁਰੂ ਨਾਨਕ ਸਾਹਿਬ ਦਾ ਪਾਵਨ ਪ੍ਰਸੰਗ ਕਿ ਮਹਾਰਾਜ ਨੇ ਕਿਹਨੂੰ ਤਾਰਿਆ। ਗੁਰੂ ਨਾਨਕ ਦੇਵ ਮਹਾਰਾਜ ਦੇ ਨੇਤਰਾਂ ਵਿੱਚ ਇਹੀ ਜਿਹੀ ਬਖਸ਼ਿਸ਼ ਹੈ। 84 ਲੱਖ ਜੂਨ ਵਿੱਚੋਂ ਜੋ ਵੀ ਮਹਾਰਾਜ ਦੇ ਨੇਤਰਾਂ ਸਾਹਮਣੇ ਆ ਗਿਆ, ਸਤਿਗੁਰੂ ਜੀ ਨੇ ਉਸੇ ਨੂੰ ਹੀ ਤਾਰ ਦਿੱਤਾ। ਕਿਉਂਕਿ ਨੇਤਰਾਂ ਦੇ ਵਿੱਚ ਉਹ ਤਾਕਤ, ਜਿਸ ਤਾਕਤ ਨਾਲ ਖਿਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ, ਇਹਨਾਂ ਹੀ ਨੇਤਰਾਂ ਨਾਲ ਨਦਰੋ ਪੱਠੀ ਜੇ ਕਰੇ ਸੁਲਤਾਨਾ ਘਾਹੋ ਕਰਾਇੰਦਾ, ਦਰ ਮੰਗਨ ਭਿੱਖ ਨਾ ਪਾਇੰਦਾ। ਸਤਿਗੁਰੂ ਜੀ ਸੰਗਤ ਨੂੰ ਨਿਹਾਲ ਕਰ ਰਹੇ ਨੇ। ਪਿਆਰ ਸਤਿਕਾਰ ਨਾਲ ਇਕਾਗਰ ਮਨ ਹੋ ਕੇ ਗੁਰਾਂ ਦਾ ਗੁਰਮੰਤਰ ਪਿਆਰ ਨਾਲ ਆਖੋ ਗੱਜ ਕੇ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸ੍ਰੀ ਗੁਰ ਚਰਨ ਸੋ ਛਤਰ ਸਿਰ ਸਦਾ ਅਟਲ ਜਿਹ ਛਾਇ। ਆਤਪ ਜਮ ਕੀ ਜਾਤਨਾ ਕਿਉ ਸਮੀਪ ਸੋਆਈ। ਹੁਣ ਕਵੀ ਜੀ ਪਹਿਲਾਂ 52ਵਾਂ ਅਧਿਆਇ ਆਰੰਭ ਕਰਨ ਤੋਂ ਪਹਿਲਾਂ ਦੋਹਰੇ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਮੰਗਲ ਕਰਦੇ ਨੇ। ਗੁਰ ਅੱਖਰ ਆ ਗਿਆ ਜਿੱਥੇ ਸਾਰੇ ਸਤਿਗੁਰਾਂ ਦਾ ਨਾਮ ਆ ਗਿਆ, ਚਾਹੇ ਗੁਰੂ ਅੰਗਦ ਦੇਵ ਜੀ ਨੇ, ਚਾਹੇ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਨੇ, 6ਵੇਂ 7ਵੇਂ 8ਵੇਂ 9ਵੇਂ 10ਵੇਂ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ੍ਰੀ ਗੁਰੂ ਚਰਨ ਸੋ ਛਤਰ ਸਿਰ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਰੂਪੀ ਸ੍ਰੇਸ਼ਟ ਛਤਰ ਜਿਹਦੇ ਸਿਰ ਤੇ ਹੈ, ਜਿਹਦੇ ਸਿਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਸਤ ਕਮਲ ਹੈ। ਸੋ ਜਿਸ ਛਤਰ ਦੀ ਛਾਇਆ ਸਦਾ ਤੇ ਅਟਲ ਹੈ, ਜਿਹੜਾ ਉਹਨਾਂ ਦੀ ਛਾਂ ਥੱਲੇ ਆ ਗਿਆ, ਕਿਰਪਾ ਹੋ ਗਈ ਹੈ, ਉਹਦੇ ਨੇੜੇ ਜਮਾਂ ਦਾ ਦੁੱਖ, ਜਮਾਂ ਦੀ ਪੀੜਾ ਰੂਪੀ ਜਿਹੜੀ ਧੁੱਪ ਹੈ ਉਹ ਕਿਵੇਂ ਪਹੁੰਚ ਸਕਦੀ ਹੈ? ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਆਸਰਾ ਜਿਨ੍ਹਾਂ ਨੇ ਪ੍ਰਾਪਤ ਕੀਤਾ ਹੈ, ਉਹਨਾਂ ਨੂੰ ਪ੍ਰਤੱਖ ਵੀ ਧੁੱਪ ਨਹੀਂ ਲੱਗਦੀ। ਮਹਾਰਾਜ ਕਹਿੰਦੇ ਜਿਨ੍ਹਾਂ ਤੇ ਨਹੀਂ ਆਸਰਾ, ਆਸਾੜਤ ਬੰਦਾ ਤਿਸ ਲੱਗਾ। ਹਰ ਨਾ ਹੋਣਾ ਜਿਨ੍ਹਾਂ ਪਾਸ, ਪਰ ਆਸਾੜ ਸੁਹੰਦਾ ਤਿਸ ਲੱਗਾ। ਸੋ ਉਨੀਕ ਹੁੰਦਾ ਜਿਨ੍ਹਾਂ ਦੇ ਸਿਰ ਦੇ ਉੱਤੇ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਨਾਨਕ ਦਾ ਨਾਮ ਜਾਂ ਗੁਰੂ ਨਾਨਕ ਦਾ ਬਖਸ਼ਿਆ ਹੋਇਆ ਗੁਰ ਮੰਤਰ ਹੈ। ਚੌਪਈ ਵਾਸਰ ਕਿਤ ਕਾ ਵਿਸਵੰਬਰ ਮਾਹੀ। ਸੋ ਕਿੰਨਾ ਕੁ ਬਾਸਰ ਤੋਂ ਭਾਵ ਦਿਨ ਵਿਸ਼ਵੰਬਰਪੁਰ ਜਿਹੜਾ ਹੈ, ਜਾਂ ਕਹਿ ਲਓ ਪਟਨਾ ਸਾਹਿਬ। ਪਟਨਾ ਸਾਹਿਬ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਵੀ ਸਥਾਨ ਹੈ। 10ਵੇਂ ਪਾਤਸ਼ਾਹ ਮਹਾਰਾਜ ਨੇ ਵੀ ਕਿਰਪਾ ਕੀਤੀ ਹੈ, 9ਵੇਂ ਪਾਤਸ਼ਾਹ ਮਹਾਰਾਜ ਨੇ ਵੀ ਕਿਰਪਾ ਕੀਤੀ ਹੈ। ਸੋ ਇਸ ਤਰ੍ਹਾਂ ਉਹ ਪਾਵਨ ਸਥਾਨ ਤੇ ਮਹਾਰਾਜ ਚਰਨ ਪਾਏ ਹਨ, ਜਿੱਥੇ 10ਵੇਂ ਰੂਪ ਵਿੱਚ ਆਉਣਾ ਹੈ। ਰਹਿ ਦੁਰਮਤ ਬਹੁ ਨਰ ਕੀ ਦਾਹੀ। ਉੱਥੇ ਰਹਿ ਕਰਕੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰੇ ਬੰਦਿਆਂ ਦੇ ਮਨਾਂ ਅੰਦਰੋਂ ਦੁਰ, ਖੋਟੀ ਮੱਤ ਜਿਨ੍ਹਾਂ ਦੇ ਅੰਦਰ ਹੈ, ਭੁਲੇਖੇ ਪਏ ਹੋਏ ਨੇ, ਭਰਮ ਭੁਲੇਖੇ, ਉਹ ਗੁਰੂ ਨਾਨਕ ਦੇਵ ਜੀ ਨੇ ਉੱਥੇ ਰਹਿ ਕੇ ਦਾਹੀ ਹੁੰਦਾ ਸਾੜਨਾ। ਉਹਨਾਂ ਦੇ ਮਨਾਂ ਅੰਦਰੋਂ ਜਿਹੜੀ ਦੁਰਮਤ ਸੀ ਉਹ ਸਾੜ ਦਿੱਤੀ ਹੈ। ਮੁਕਤ ਪੰਥ ਸਿੱਖੀ ਪ੍ਰਗਟਾਈ। ਉੱਥੇ ਮਹਾਰਾਜ ਨੇ ਸਿੱਖੀ ਪ੍ਰਗਟ ਕੀਤੀ ਹੈ। ਸਿੱਖੀ ਜਿਹੜੀ ਹੈ, ਇਹਦੇ ਨਾਲ ਮੁਕਤੀ ਦਾ ਪੰਥ ਤੋਂ ਭਾਵ ਰਸਤਾ। ਮੰਨੈ ਮਾਗੋ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸਰਬੰਧ। ਮਹਾਰਾਜ ਨੇ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਿਮਰ ਹੈ ਸਤਨਾਮ ਸੁਖਦਾਈ। ਕਿਉਂਕਿ ਉੱਥੇ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਜਾਂਦੇ ਨੇ, ਸਾਰਿਆਂ ਨੂੰ ਨਾਮ ਜਪਾਉਂਦੇ ਨੇ, ਸੋਝੀ ਪਾਉਂਦੇ ਹਨ ਕਿ ਹੋਰ ਜਿੰਨੇ ਵੀ ਨਾਮ ਹਨ, ਚਾਹੇ ਕੋਈ ਵੀ ਹੈ, ਮੁਕਤ ਕਰਨਾ ਬਹੁਤ ਔਖਾ ਹੈ। ਪਦਾਰਥ ਦੇਣੇ ਸੌਖੇ ਨੇ, ਧਰਮ ਅਰਥ ਕਾਮ ਮੋਖ। ਗੁਰੂ ਨਾਨਕ ਸਾਹਿਬ ਜਿੱਥੇ ਵੀ ਜਾਂਦੇ ਨੇ, ਦੁਨੀਆ ਨੂੰ, ਜਿਹੜੀ ਦੁਨੀਆ ਵਹਿਮਾਂ ਭਰਮਾਂ 'ਚ ਬਹੁਤੀ ਪਾ ਦਿੱਤੀ ਗਈ ਸੀ, ਵਹਿਮ ਦੀ ਗੱਲ ਹੁੰਦੀ ਕਿ ਜਿੰਨਾ ਮਰਜ਼ੀ ਤੁਸੀਂ ਕਿਸੇ ਨੂੰ ਵਹਿਮ 'ਚ ਪਾ ਦਿਓ। ਦੁਨੀਆ 'ਚ ਅੱਜ ਕੱਲ੍ਹ ਵੀ ਬਹੁਤ ਲੋਕ ਇੱਕ ਦੂਜੇ ਨੂੰ ਅੱਗੇ ਅੱਗੇ ਵਹਿਮ 'ਚ ਪਾਈ ਜਾਂਦੇ ਨੇ। ਸਾਰਿਆਂ ਨਾਲੋਂ ਜਿਹੜੀ ਸ਼੍ਰੋਮਣੀ ਚੀਜ਼ ਹੈ ਉਹ ਨਾਮ ਹੈ। ਕੋਈ ਜ਼ਿਆਦਾ ਲੋੜ ਨਹੀਂ ਹੁੰਦੀ ਕੁਛ ਕਰਨ ਦੀ।
ਜੇ ਤਾਂ ਰਹਿਣਾ ਥੱਲੇ ਥੱਲੇ ਫਿਰ ਤਾਂ ਥੱਲੇ ਹੀ ਠੀਕ ਹੈ, ਤੇ ਜੇ ਵਾਹਿਗੁਰੂ ਨਾਮ ਜਹਾਜ਼ ਵਿੱਚ ਬਹਿਣਾ ਫਿਰ ਥੱਲੇ ਲੋੜ ਨਹੀਂ ਜਾਣ ਦੀ। ਭਾਵੇਂ ਵੀ ਆਪਾਂ ਨੂੰ ਇਸ ਚੀਜ਼ ਬਾਰੇ ਆਮ ਬਹੁਤ ਸਾਰੇ ਲੋਕ ਕਈ ਪ੍ਰਕਾਰ ਦੀਆਂ ਗੱਲਾਂ ਕਰਦੇ ਨੇ, ਦਾਨ ਪੁੰਨ ਆਦਿਕ ਦੀਆਂ ਗੱਲਾਂ ਕਰਦੇ ਨੇ, ਸੋ ਉਹਨਾਂ ਨੇ ਆਪਣਾ ਜ਼ੋਰ ਪਾਇਆ ਕਲਯੁਗ ਦੇ ਵਿੱਚ। ਹਰ ਬੰਦਾ ਆਪਣਾ ਮਾੜਾ ਮੋਟਾ ਰੋਟੀ ਪਾਣੀ ਚਲਾਉਣ ਲਈ ਕੋਈ ਨਾ ਕੋਈ ਦੁਨੀਆ ਦੇ ਅੰਦਰ ਸ਼ੋਸ਼ਾ ਛੱਡ ਦਿੰਦਾ, ਪਰ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਆਪਾਂ ਨੂੰ, ਇੱਕ ਤਾਂ ਹੁੰਦੀ ਆ ਬਈ ਗੱਲ ਐਵੇਂ ਬਣਾ ਕੇ ਕਹਿ ਦੇਣੀ, ਇੱਕ ਗੱਲ ਹੈ ਕਿ ਮੈਂ ਸੱਚਮੁੱਚ ਇਹ ਸਾਰੀ ਸੰਗਤ ਨੂੰ ਬੇਨਤੀ ਕਰਾਂ ਵੀ ਤੁਸੀਂ ਪ੍ਰੈਕਟੀਕਲ ਕਰਕੇ ਦੇਖੋ, ਬਾਕੀ ਸਭ ਗੱਲਾਂ ਛੱਡੋ। ਐਵੇਂ ਕਿਸੇ ਦੇ ਕਹੇ ਕਹਾਏ ਜਾਂ ਆਪਣੀ ਬੁੱਧੀ ਨਾਲ ਕੋਈ ਗੱਲ ਨਾ ਕਰੋ। ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਮੂਲ ਮੰਤਰ ਦਾ ਪਾਠ, ਸਵਾ ਲੱਖ ਜਿੰਨਾ ਵੀ ਮੂਲ ਮੰਤਰ ਹੋ ਜੇ। ਇਹ ਮੈਂ ਹੁਣ ਵੀ ਬਹੁਤ ਸੰਗਤ ਨੂੰ ਬੇਨਤੀ ਕਰਦਾ ਹੁੰਦਾ ਵੀ ਪਾਠ ਕਰੋ, 1.25 ਲੱਖ ਪਾਠ ਕਰੋ। 10 ਦਿਨ ਬਾਅਦ ਉਹਦੀ ਰਿਪੋਰਟ ਹੁੰਦੀ ਹੈ ਬੜੀ ਗੁੱਡ, 20 ਦਿਨਾਂ ਬਾਅਦ ਕਹਿੰਦਾ ਬਹੁਤ ਫਰਕ ਹੈ, 30 ਦਿਨਾਂ ਬਾਅਦ ਹੋਰ ਜ਼ਿਆਦਾ ਫਰਕ ਹੈ, ਤੇ ਜੇ ਉਹ ਸਾਲ ਭਰ ਕਰਦਾ ਰਹੇ ਸਾਰਾ ਹੀ ਫਰਕ ਪੈ ਜਾਂਦਾ। ਉਹ ਮੂਲ ਮੰਤਰ ਅਕਾਲ ਪੁਰਖ ਨੇ ਆਪ ਬੋਲ ਕੇ ਕਿਹਾ, ਇਦੂ ਉੱਤੇ ਹੋਰ ਕੀ ਲੈਣਾ ਤੁਸੀਂ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਗੁਰਪ੍ਰਸਾਦ ਤੱਕ ਜਿਹੜਾ ਬੋਲਿਆ ਇਹ ਰੱਬ ਨੇ ਆਪ ਬੋਲਿਆ। ਅੱਗੇ ਗੁਰੂ ਨਾਨਕ ਦੇਵ ਜੀ ਨੇ ਉਹਦੀ ਉਸਤਤ ਕਰਤੀ। ਉਹ ਸਾਡੇ ਗੁਰੂ ਜੀ ਗੁਰ ਪਰਮੇਸ਼ਰ ਜੀ ਨੇ, ਪਾਰ ਬ੍ਰਹਮ ਪਰਮੇਸ਼ਰ ਨੇ ਗੁਰਪ੍ਰਸਾਦ ਤੱਕ ਦਿੱਤਾ, ਤੇ ਸਾਡੇ ਸਤਿਗੁਰਾਂ ਨੇ ਅੱਗੇ ਉਹਦੀ ਉਪਮਾ ਕੀਤੀ, ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਹ ਕਿੰਨੀ ਮਹਾਨ ਤਾਕਤ ਹੈ ਜਿਹੜੀ ਆਪਣੇ ਕੋਲ ਹੈ, ਆਪਾਂ ਵਰਤੀ ਨਹੀਂ। ਜਿਨ੍ਹਾਂ ਨੂੰ ਵਰਤਾਈ ਆ ਉਹਨਾਂ ਨੂੰ ਪਤਾ ਲੱਗਦਾ। ਦੁਨਿਆਵੀ ਲੋਕਾਂ ਦੀਆਂ ਗੱਲਾਂ ਵਿੱਚ ਆ ਜਾਣਾ ਬਹੁਤ ਮਾੜੀ ਗੱਲ ਹੈ। ਸੋ ਜਾਪ ਸਾਹਿਬ ਹੈ ਬਹੁਤ ਤਾਕਤ। ਗੋਬਿੰਦੇ ਮੁਕੰਦੇ ਦਾ ਜਾਪ ਦੱਸਿਆ, ਇਹਦੇ ਵਿੱਚ ਬੜੀ ਕਿਰਪਾ ਹੁੰਦੀ ਹੈ। ਗੁਰਬਾਣੀ ਦੀ ਤਾਂ ਇੱਕ ਇੱਕ ਪੰਗਤੀ ਜਿਹੜੀ ਹੈ ਨਾ, ਇੱਕ ਪੰਗਤੀ ਹੋਈ ਪੜ੍ਹਨ ਨਾਲ ਬਹੁਤ ਕਿਰਪਾ ਹੋ ਜਾਂਦੀ। ਸੋ ਇਸ ਕਰਕੇ ਆਪਾਂ ਨੇ ਉਹ ਸਭ ਕੁਝ ਛੱਡ ਕੇ ਪ੍ਰੈਕਟੀਕਲ ਕਰੋ। ਅਸੀਂ ਇੰਨੀ ਉੱਚੀ ਉੱਚੀ ਜਾਂ ਕੌਨਫੀਡੈਂਸ ਨਾਲ ਇਹਨਾਂ ਰੌਲਾ ਕਿਉਂ ਪਾਉਂਦੇ ਭਈ ਨਹੀਂ, ਤੁਹਾਨੂੰ ਗਲਤ ਰਾਹ ਪਾ ਰਹੇ, ਲੋਕੀ ਗਲਤ ਰਸਤੇ ਪਾ ਰਹੇ ਨੇ ਤੁਹਾਨੂੰ। ਜਦੋਂ ਕੋਈ ਗਲਤ ਬੋਲਦਾ ਤਾਂ ਸਾਨੂੰ ਪਤਾ ਹੈ ਕਿ ਉਹੀ ਰੌਲਾ ਪਾ ਰਿਹਾ ਲੋਕਾਂ ਨੂੰ ਤੋੜਨ ਵਾਸਤੇ। ਇਸ ਕਰਕੇ ਗੁਰੂ ਮਹਾਰਾਜ ਦੀ ਕੋਈ ਬਾਣੀ ਜਿਹੜੀ ਗੁਰੂ ਸਾਹਿਬ ਨੇ ਬੋਲ ਦਿੱਤੀ, ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਬਹੁਤ ਤਾਕਤ ਹੈ। ਤੁਸੀਂ ਕਿਸੇ ਵੀ ਬਾਣੀ ਪ੍ਰਤੀ ਕੋਈ ਕੁਝ ਕਹੇ, ਪਹਿਲਾਂ ਖੁਦ ਪੜ੍ਹ ਕੇ ਦੇਖ ਲਓ ਉਹਨੂੰ। ਜੇ ਨਾ ਤਾਰੇ ਦਿਖਾਤੇ ਤਾਂ ਕਿਹੋ, ਦਿਨੇ ਹੀ ਤਾਰੇ ਦਿਖਣੇ ਆ। ਮਹਾਰਾਜ 10ਵੇਂ ਪਾਤਸ਼ਾਹ ਦੀ ਬਾਣੀ ਕਿਤੇ ਪੜ੍ਹ ਕੇ ਦੇਖੋ, ਦਿਨੇ ਹੀ ਤਾਰੇ ਦਿਖਾਊਗੀ। ਇਹ ਨਹੀਂ ਹੈ ਕਿ ਤਾਕਤ ਨਹੀਂ ਹੈ। ਜਦ ਮੁਕਤਸਰ ਸਾਹਿਬ ਇੱਕ ਵਾਰੀ ਚੜ੍ਹ ਕੇ ਆਏ ਵਜੀਦੇ ਦੀ ਫੌਜ 5000, ਟਾਹਲੀ ਦੇ ਉੱਤੇ ਬਹੁਤ ਉਤਲੇ ਸਿਰੇ ਤੇ ਬੈਠਾ ਸੀ, ਟਾਂਗੂ ਕਹਿੰਦੇ ਸੀ ਪੁਰਾਣੇ ਜ਼ਮਾਨੇ 'ਚ। ਫੌਜ ਦੇ ਸਾਰਿਆਂ ਤੋਂ ਅੱਗੇ ਓਪੀ ਬੈਠਾ ਹੁੰਦਾ ਲੋਕ ਕੇ ਉੱਚੀ ਥਾਂ ਤੇ। ਉਹਨੇ ਦੱਸਣਾ ਹੁੰਦਾ ਕਿ ਕੌਣ ਆ ਰਿਹਾ, ਕਿੰਨੀ ਫੌਜ ਹੈ। ਜਿਹੜੀ ਆਪਣੇ ਪੁਰਾਣੇ ਟਾਈਮ 'ਚ ਹੁੰਦੀ ਬੋਲੀ ਉਹਨੂੰ ਕਹਿੰਦੇ ਸੀ ਟਾਂਗੂ, ਬਹੁਤ ਉੱਚਾ ਟੰਗਿਆ ਹੁੰਦਾ ਸੀ। ਮਹਾਰਾਜ ਨੂੰ ਉੱਚੀ ਆਵਾਜ਼ 'ਚ ਕਹਿੰਦਾ, ਮਹਾਰਾਜ ਧੂੜ ਉੱਡਦੀ ਆਉਂਦੀ ਆ, 5000 ਦੇ ਕਰੀਬ ਫੌਜ ਹੈ।
ਮਹਾਰਾਜ ਸੱਚੇ ਪਾਤਸ਼ਾਹ ਨੇ ਸੁਭਾਵਕ ਬਚਨ ਕਿਹਾ, ਉਹਨਾਂ ਦੇ ਅੱਖੀਂ ਘੱਟਾ ਪੈ ਜਾਣਾ, ਉਹਨਾਂ ਦੇ ਮੂੰਹ ਦੇ ਵਿੱਚ ਡੱਟਾ ਅੜ ਜਾਣਾ, ਜਿਵੇਂ ਬੋਤਲ ਤੇ ਡੱਟ ਦਈਦਾ ਮੂੰਹ ਬੰਦ ਹੋ ਜਾਣਾ ਉਹਨਾਂ ਦਾ। ਉਹ ਬਿਟ ਬਿਟ ਦੇਖਣਗੇ, ਬੋਲ ਨਹੀਂ ਸਕਣਗੇ। ਸੋ ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਸਹਾਈ ਹੋਣਗੇ, ਕਿਉਂਕਿ ਛੇਵੇਂ ਪਾਤਸ਼ਾਹ ਤਾਂ ਸਹਾਈ ਕਹੇ, ਛੇਵਿਆਂ ਨੇ ਸੱਤਵਿਆਂ ਨੂੰ ਕਿਹਾ ਸੀ ਜੰਗ ਨਹੀਂ ਕਰਨੇ, 2200 ਘੋੜਸਵਾਰ ਰੱਖਣਾ। ਸੱਤਵੇਂ ਪਾਤਸ਼ਾਹ ਕਹਿਣ ਲੱਗੇ ਚਲੋ ਮੈਂ ਤਾਂ ਜੰਗ ਨਹੀਂ ਕਰਦਾ, ਪਰ ਜੇ ਮੂਹਰੋਂ ਕੋਈ ਚੜ੍ਹ ਕੇ ਆ ਗਿਆ ਫੇਰ। ਉਦੋਂ ਵੀ ਮਹਾਰਾਜ ਨੇ ਇਹੀ ਬਚਨ ਕਿਹਾ ਸੀ, ਜਿਹੜਾ ਚੜ੍ਹ ਕੇ ਆ ਗਿਆ ਰਸਤੇ 'ਚ ਹੀ ਰਹਿ ਜਾਏਗਾ, ਦੁਸ਼ਮਣ ਦੇ ਅੱਖੀਂ 'ਚ ਘੱਟਾ ਪੈ ਜਾਏਗਾ, ਮੂੰਹ 'ਚ ਡੱਟਾ ਅੜ ਜਾਏਗਾ, ਉਹ ਬਿਟ ਬਿਟ ਤੱਕਣਗੇ, ਬੋਲ ਨਹੀਂ ਸਕਣਗੇ। ਵਰ ਦਿੱਤਾ ਸੱਤਵੇਂ ਪਾਤਸ਼ਾਹ ਨੂੰ, ਛੇਵਿਆਂ ਨੇ। ਸੋ ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਦਿਵਸ ਹੈ, ਸੱਤਵੇਂ ਪਾਤਸ਼ਾਹ ਮਹਾਰਾਜ ਦਾ। ਸੋ ਇਸ ਤਰ੍ਹਾਂ ਇਹ ਬਚਨ ਛੇਵਿਆਂ ਨੇ ਸੱਤਵਿਆਂ ਨੂੰ ਕਿਹਾ, ਤੇ ਦਸਵੇਂ ਪਾਤਸ਼ਾਹ ਨੇ ਉਹੀ ਬਚਨ ਉੱਥੇ ਵਰਤਿਆ ਮੁਕਤਸਰ ਸਾਹਿਬ। ਹਾਲਾਂਕਿ ਸੁਤੇ ਸਿੱਧੀ ਬਚਨ ਕਿਹਾ, ਜਿਹੜਾ ਗੁਰਤਾ ਗੱਦੀ ਦਾ ਮਾਲਕ ਹੁੰਦਾ ਉਹ ਸੁਤੇ ਸਿੱਧੀ ਬਚਨ ਕਰਦਾ ਹੁੰਦਾ, ਉਹ ਸੁਤੇ ਹੀ ਕੁਛ ਕਹਿ ਦੇਣ ਉਹੀ ਪੂਰਾ ਹੋ ਜਾਂਦਾ। ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹ ਕਲਮ ਨਾਲ ਲਿਖਣਾ। ਮਹਾਰਾਜ ਨੇ ਜਦੋਂ ਬਚਨ ਕਿਹਾ, ਸਿੰਘਾਂ ਨੇ ਬਚਨ ਪਕਾ ਲਿਆ, ਔਰ ਉਹ ਕਹੇ ਹੋਏ ਬਚਨ ਨੂੰ ਪਕਾ ਕੇ ਸਿੰਘ ਪੜ੍ਹਦੇ, ਉਹਦੇ ਨਾਲ ਹੀ ਕਿਰਪਾ ਹੋ ਜਾਂਦੀ ਹੈ। ਸੁਭਾਵਕ ਹੀ ਬਚਨ ਕਈ ਆਪ ਜੀ ਨੇ ਇਤਿਹਾਸ ਨਹੀਂ ਸੁਣਿਆ। ਬਹੁਤ ਸੰਗਤ ਜਿਹੜੀ ਆ ਨਾ, 95% ਜਿਹੜਾ ਖਾਲਸਾ ਆਪਣਾ ਬੈਠਾ ਦੁਨੀਆ ਭਰ 'ਚ, ਜੇ ਕੋਈ ਹੱਥ ਖੜਾ ਕਰਕੇ ਕਹੇ ਕਿ ਮੈਂ ਦਸਵੇਂ ਪਾਤਸ਼ਾਹ ਦਸਾਂ ਗੁਰਾਂ ਦਾ ਸਾਰਾ ਇਤਿਹਾਸ ਪੜ੍ਹਿਆ ਵਾਚਿਆ, 5 ਬੰਦੇ ਨਿਕਲਣਗੇ ਮੁਸ਼ਕਲ ਨਾਲ। ਸੋ ਇਸ ਕਰਕੇ ਜਦ ਤੀਜੇ ਪਾਤਸ਼ਾਹ ਨੇ ਪ੍ਰੇਮੇ ਕੋਹੜੀ ਨੂੰ ਬਖਸ਼ਿਆ, ਉਹਦਾ ਨਾਮ, ਉਹਦੀ ਸ਼ਾਦੀ ਵੀ ਕੀਤੀ, ਉਹਨੂੰ ਰਾਜੀ ਵੀ ਕੀਤਾ। ਜਿਹੜੀ ਲੜਕੀ ਨਾਲ ਉਹਦਾ ਵਿਆਹ ਕੀਤਾ ਸੀ, ਭਾਈ ਸ਼ੀਹਾਂ ਉੱਪਲ ਦੀ ਲੜਕੀ ਸੀ, ਉਹਦੀ ਮਾਤਾ ਲੜਕੀ ਦੀ ਭੱਜੀ ਆਈ, ਕਹਿਣ ਲੱਗੀ ਮਹਾਰਾਜ ਤੁਸੀਂ ਬਹੁਤ ਮਾੜਾ ਕੀਤਾ, ਕੋਹੜੀ ਨਾਲ ਵਿਆਹ ਤਾ ਮੇਰੀ ਲੜਕੀ ਨੂੰ। ਮਹਾਰਾਜ ਕਹਿੰਦੇ ਦੇਖ ਕਿੰਨਾ ਸੋਹਣਾ ਰਾਜਕੁਮਾਰ ਲੱਗਦਾ, ਸੋਹਣਾ ਬਣਾਤਾ ਸੀ। ਮਹਾਰਾਜ ਇਹ ਕਿੱਥੋਂ ਖਾਊਗਾ, ਇਹ ਕਿੱਥੋਂ ਖਵਾਊ ਮੇਰੀ ਲੜਕੀ ਨੂੰ। ਕਹਿੰਦੇ ਅੱਜ ਤੋਂ ਤੇਰੀ ਲੜਕੀ ਦਾ ਨਾਂ ਰੱਖਦਾ ਮਥੋ, ਪ੍ਰੇਮੇ ਦਾ ਨਾਂ ਰੱਖਦਾ ਮੁਰਾਰੀ। ਜਿਹੜਾ ਸਿੱਖ ਮਥੋ ਮੁਰਾਰੀ ਦਾ ਜਾਪ ਕਰੇਗਾ ਉਹ ਤਰ ਜਾਏਗਾ। ਜਿਹੜਾ ਮਥੋ ਮੁਰਾਰੀ ਦਾ ਜਾਪ ਕਰੇਗਾ ਉਹਨੂੰ ਚਾਰੇ ਪਦਾਰਥ ਮਿਲਣਗੇ। ਇਹ ਤੀਜੇ ਪਾਤਸ਼ਾਹ ਨੇ ਉਹਨਾਂ ਨੂੰ ਬਚਨ ਦੇ ਦਿੱਤਾ। ਉਦੋਂ ਦੇ ਸਮੇਂ ਵਿੱਚ ਸਿੱਖ ਮਥੋ ਮੁਰਾਰੀ ਦਾ ਜਾਪ ਵੀ ਕਰਦੇ ਸੀ। ਇਹ ਪਾਤਸ਼ਾਹ ਦੀ ਮਰਜ਼ੀ ਹੈ। ਛੇਵੇਂ ਪਾਤਸ਼ਾਹ ਦੇ ਸਹੁਰਾ ਸਾਹਿਬ ਜਦੋਂ ਕਹਿਣ ਲੱਗੇ, ਤੀਸਰੀ ਸ਼ਾਦੀ ਜਦ ਹੋਈ, ਭਾਈ ਦੁਆਰਾ ਜੀ ਉਹਨਾਂ ਦਾ ਨਾਮ ਸੀ, ਕਹਿੰਦਾ ਮਹਾਰਾਜ ਜੀ ਹੁਣ ਆਪ ਚੱਲੇ ਹੋ, ਫੇਰ ਕਦੋਂ ਦਰਸ਼ਨ ਦਿਓਗੇ। ਮਹਾਰਾਜ ਨੂੰ ਪਤਾ ਸੀ ਕਿ ਹੁਣ ਜੰਗ ਯੁੱਧ ਲੱਗਣੇ ਨੇ। ਕਹਿੰਦੇ ਕੋਈ ਨਹੀਂ, ਦਰਸ਼ਨ ਹੋ ਹੀ ਰਹੇ ਨੇ। ਕਹਿੰਦਾ ਨਹੀਂ ਮਹਾਰਾਜ ਫੇਰ ਕਦੋਂ ਦਰਸ਼ਨ ਦਿਓਗੇ। ਦੇਖੋ ਤਿੰਨਾਂ ਲੋਕਾਂ ਦਾ ਮਾਲਕ ਕੀ ਕਹਿੰਦਾ, ਕਹਿੰਦਾ ਆਹ ਸਾਹਮਣੇ ਟਾਹਲੀ ਖੜੀ ਯਾਰ, ਜਿਹੜੀ ਸਵੇਰੇ ਉੱਠ ਕੇ ਇਹਦੇ ਦਰਸ਼ਨ ਕਰ ਲਿਆ ਕਰੀ, ਇਹ ਮੇਰੇ ਹੀ ਦਰਸ਼ਨ ਆ। ਲਓ ਵੈਸੇ ਤਾਂ ਗੱਲ ਇਹ ਕਿੰਤੂ ਵਾਲੀ ਹੈ, ਟਾਹਲੀ ਨੂੰ ਕਿਉਂ ਮੱਥਾ ਟੇਕੀ ਸੀ। ਅੱਜ ਜਿਵੇਂ ਕਾਰ ਸੇਵਾ ਵਾਲਿਆਂ ਨੇ ਸਾਰੇ ਦਰਖਤ ਵੱਢਤੇ। ਹੁਣ ਮੈਂ ਪੁੱਛਿਆ, ਮੈਂ ਦਰਖਤ ਵੱਢੀ ਜਾਂਦੇ ਹੋ? ਕਹਿੰਦੇ ਦਰਖਤ ਨੂੰ ਸਿੱਖ ਮੱਥਾ ਨਹੀਂ ਟੇਕ ਸਕਦਾ। ਮੈਂ ਕਿਉਂ? ਇਹ ਪਤਾ ਨਹੀਂ ਕਿੱਥੋਂ ਅਨਪੜ੍ਹ ਟੋਲਾ ਜਿਹਾ ਇਕੱਠਾ ਹੋਇਆ, ਹਰੇਕ ਚੀਜ਼ ਨੂੰ ਵੱਢੀ ਤੁਰੇ ਜਾਂਦੇ ਨੇ, ਨਿਸ਼ਾਨੀਆਂ ਹੀ ਮੇਟਤੀਆਂ ਸਾਰੀਆਂ। ਸੋ ਇਸ ਕਰਕੇ ਹੈ ਕਿ ਮਹਾਰਾਜ ਨੇ ਤਾਂ ਕਿਹਾ ਆਹ ਦਰਖਤ ਹੈ, ਇਹਨੂੰ ਮੱਥਾ ਟੇਕ। 8ਵੇਂ ਪਾਤਸ਼ਾਹ ਜਦ ਪਯੋਖਰਾ ਸਾਹਿਬ ਗਏ, ਉੱਥੋਂ ਜਦ ਅੱਗੇ ਦਿੱਲੀ ਨੂੰ ਤੁਰਨ ਲੱਗੇ, ਸੰਗਤ ਨੂੰ ਕਹਿੰਦੇ ਸਾਰੇ ਟਿਕ ਜਾਓ, ਸਾਡੇ ਨਾਲ ਨਾ ਚੱਲਿਓ। ਮਹਾਰਾਜ ਨੇ ਆਪਣੇ ਛੋਟੇ ਛੋਟੇ ਹੱਥਾਂ ਨਾਲ
जद 6 साल की उम्र दे एक मिट्टी की ढेरी बना के ਉਹਦੇ ਉੱਤੇ एक सोटी गढ़ के ਉਹਦੇ ਤੇ एक निशान साहब वांगू कपड़ा टंगता। कहने लो आ थड़ा बनाता, जे कोई दिल्ली वाल नूं सिख आवे पहलों इन्हें इत्थे आउणा, तुसीं ਉਹਨੂੰ ਇਹ ਕਹਿ ਦਿਓ भी इस थां ते जिहड़ा मत्था टेक के जो वर मंगेगा ਉਹੀ मिलेगा। ये मेरा दर्शन है, ये थड़े का दर्शन मेरा दर्शन है। पंजोखरा साहब चले जाओ, उत्थे हुण भी लिखिया होया पंजोखरा साहब नूं तख्त का दर्जा मिलिया होया महाराज वल्लों। कहने साडा तख्त है, इत्थे दर्शन करो आके, और जो मंगोगे सो इत्थे मिलेगा। जदों 9वें पातशाह तुरन लगे गऊ घाट पटना साहब तो, गल इत्थों आई याद मैनूं। कहंदे महाराज असीं तां तुहाडे दर्शनां बिना रह नहीं सकदे, असीं तां बहुत औखे हो जावांगे, असीं की तो वर मंगिया करांगे। सतगुरु कहंदे आ जिहड़ा थमला खड़ा ना, आ दोनों थमले है। जिहड़ा बंदा ये थमले नूं गलवक्कड़ी पाऊगा ते समझो गुरु तेग बहादुर साहब ने अखां बंद करके साडा ध्यान करके जो मंग लोगे उही मिल जाएगा। ये गुरुद्वारा गऊ घाट है पटना साहब विखे। इतिहास नूं देखो, इतिहास नूं वाचो, जो गुरु साहब ने कहा सच। और मेरे सारे अपने प्रैक्टिकल ने। मैं मंगिया फिर 9वें पातशाह तो थे, मैं गलवक्कड़ी पा के थामू गुरु साहब तो जो जो मंगिया महाराज ने मैनूं सारा कुछ दिता। जिथे जिथे गुरु साहब ने कहा जिहड़ा सन साहब चों लंघ जाएगा उसका कल्याण हो जाएगा, असीं सारे कितनी बारी लंघे उत्थे। मैं कहा महाराज चलो साडे वर्गिਆਂ ਲਈ सौखा, 84 जपजी साहब नहीं असीं कर सकते, चल एक जपजी साहब करके उत्थों लंघे है। मुक्तसर साहब एक जपजी साहब का वार दिता। ये देखना हुंदा कि बचन कौन करदा है। ताकत सारी बचन विच है, गुर कै बचन मोहे परमगत पाई। आपां जिहड़ी कल्याण प्राप्त करनी गुरु दे बचनां विच शक्ति है, ना कि वो थमले विच है, ना कंध विच है, ना शक्ति वो मिट्टी विच है, ना वो टाली विच है। गुरु दे बचन विच शक्ति है। गुरु दा बचन बहुत वड्डी चीज है। गुरु ने बचन कीता खांडे बाटे दा अमर छको, बचन होया 5 ककारां दा, बचन होया क्रह तो बचन दा, बचन है 5 बाणियां पढ़न दा। असीं ये नहीं देखना लो जी हुण कृपान दी की लोड़ है, कंघे दी की लोड़ है। असीं तां ये देखना है कि बचन है, बस असीं तां बचन मनना है, असीं फरोड़ा फराली नहीं करनी। जिहड़ा सिख फरोड़ा फराली शुरू कर दिंदा इहदी की लोड़ है, इहदी की लोड़ है, वो महाराज सच्चे पातशाह दा बचन जे ना मन्निया उन्हें तरना नहीं। महाराज गुरु नानक साहब कहण लगे बाबा लहणा जी नूं, पहला श्री चंद लक्ष्मी दास नूं कहा पुत्र जी आ चढ़ा जिहा गंदे पानी दा इहदे विच कौल डिग पिया, विचों कढ के लियाओ। गुरु नानक दे लंगर विच कौलां दा घाटा नहीं सी, गलासां दा घाटा नहीं, थालियां दा घाटा नहीं। यह जवाब दिता बाबा श्री चंद ने मेरे कपड़े खराब जने नाल इन्ने कौल पे लंगर तां की हो गया। गल तां बचन वड्डे दी सी। बाबा लक्ष्मी दास ने जवाब देता। बाबा लहणा जी नूं हुक्म होया बिना ही देरी तो छाल मारती। गल तां बचन दी है। पंजा ने बचन मन्निया, श्री आनंदपुर साहब सत्कार पाया। बचन होया आज्ञा पई अकाल की तबै चलायो पंथ। सब सिखन को हुक्म है, गुरु मान्यो ग्रंथ। ये बचन है, गुरु ग्रंथ जी मान्यो। ये बचन है कि प्रगट गुरां की देह मैं बैठा। 10वें पातशाह कहते इन्हां क्यों गुरु ग्रंथ साहब ने, ये पहले पातशाह बैठे हैं, ये गुरु अंगद देव जी बैठे हैं। कहने मैं हाँ प्रगट गुरां की देह, जब प्रभ को मिलबो चाहे खोज शब्द में ले। अज भी वो डायरी पई है श्री हजूर साहब हैड ग्रंथी हैड पुजारी दे कोले हुंदी वो डायरी, उहदे जिंदे दे अंदर रखी हुंदी है, उहदे कोल चार्ज हुंदा। वो डायरी भाई हर सिंह ने लिखी, जिहड़ी 10वें पातशाह वेले पहला भाई आलम सिंह जी लिखते हुंदे सी। वो डायरी विच ये लिखिया होया आग्या पई अकाल की तबै चलायो पंथ।
ਇੱਕ ਜਿਹੜਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਵੀ ਉਹ ਡਾਇਰੀ 'ਚ ਲਿਖਿਆ ਹੋਇਆ। ਹੋਰ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸਾਡੇ ਮਨਾਂ ਦੇ ਅੰਦਰੋਂ ਜਿਹੜੀ ਉਪਦੇਸ਼ ਦੇ ਕੇ ਦੁਰਮਤ ਨੂੰ ਨਾਸ ਕਰਦੇ ਹਨ। ਏਕ ਦਿਵਸ ਵੈਸੇ ਗਤ ਦਾਨੀ। ਗਤ ਦਾਨੀ ਹੁੰਦਾ, ਗਤ ਕਲਿਆਣ ਦੇ ਦਾਨੀ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਇੱਕ ਦਿਨ ਸਜੇ ਹੋਏ ਸਨ। ਬੋਲੋ ਮਰਦਾਨਾ ਅਸਵਾਨੀ। ਬੋਲਿਓ ਮਰਦਾਨਾ, ਭਾਈ ਮਰਦਾਨਾ ਜੀ ਇਸ ਤਰ੍ਹਾਂ ਬਾਣੀ ਬਚਨ ਬੋਲੇ। ਇਸੇ ਸਥਾਨ ਰਹਿਣ ਤੁਮ ਆਏ। ਇਸ ਥਾਂ ਦੇ ਉੱਤੇ ਤੁਸੀਂ ਰਹਿਣ ਆਏ ਹੋ। ਦੇਖਿਓ ਨਗਰ ਰੁਚਰ ਮਨ ਭਾਈ। ਬੜਾ ਰੁਚਰ ਸੁੰਦਰ ਹੈ ਇਹ ਨਗਰ, ਦੇਖਿਆ ਮਨ ਭਾਉਂਦਾ। ਕਹਿ ਤੁਮ ਨਿਕਸੇ ਹੋਏ ਉਦਾਸੀ। ਕਿ ਜਾਂ ਤੁਸੀਂ ਉਦਾਸੀ ਹੋ ਕੇ ਨਿਕਲੇ ਹੋ ਘਰੋਂ। ਪਰਚ ਰਹੇ ਕਰ ਹਿਰਦਾ ਵਿਲਾਸੀ। ਮਨ ਦੇ ਅੰਦਰ ਇਹ ਖੁਸ਼ ਹੋ ਕਰਕੇ ਇੱਥੇ ਹੀ ਪਰਚ ਰਹੇ। ਭਾਈ ਮਰਦਾਨਾ ਕਹਿਣ ਲੱਗੇ ਮਹਾਰਾਜ ਇੱਥੇ ਬੈਠ ਗਏ ਹੋ, ਹੋਰ ਨਹੀਂ ਕਿਤੇ ਜਾਣਾ, ਆਪਾਂ ਅੱਗੇ ਸੈਰ ਕਰਨ ਆਏ ਹਾਂ। ਅਪਰਦੇਸ ਕੀ ਕੀਜੈ ਸੈਲਾ। ਮਹਾਰਾਜ ਸੱਚੇ ਪਾਤਸ਼ਾਹ ਹੋਰ ਦੇਸ਼ਾਂ ਦੀ ਵੀ ਸੈਲ ਕਰੀਏ ਆਪਾਂ। ਜਿਤ ਇੱਛਾ ਗਮ ਨਹੁ ਤਿਤ ਗੈਲਾ। ਹੁਣ ਜਿੱਧਰ ਇੱਛਾ ਹੈ ਉਸ ਪਾਸੇ ਨੂੰ ਮਿਹਰ ਕਰੋ, ਉਸ ਰਸਤੇ ਚੱਲੀਏ। ਮੈਂ ਸੁਣ ਕਰ ਮਨ ਮਾਹੇ ਵਿਚਾਰੀ। ਮੈਂ ਸੁਣ ਕੇ ਮਨ ਦੇ ਅੰਦਰ ਵਿਚਾਰ ਕੀਤੀ। ਧੂਮ ਬਾਨ ਇਨ ਨਾਹੇ ਵਿਸਾਰੀ। ਮੈਂ ਤੋਂ ਭਾਈ ਬਾਲਾ ਜੀ ਕਹਿੰਦੇ ਮੈਂ ਸੁਣ ਕੇ ਮਨ ਚ ਵਿਚਾਰਿਆ ਕਿ ਇਹ ਜਿਹੜਾ ਡੂਮ ਹੈ, ਮਰਾਸ਼ੀ ਹੈ, ਇਹਨੇ ਆਪਣੀ ਬਾਨ ਹੁੰਦੀ ਆਦਤ ਇਹ ਛੱਡਦਾ ਨਹੀਂ। ਚੰਗੇ ਭਲੇ ਟਿਕੇ ਬੈਠੇ ਆ, ਜਾਣ ਕੇ ਮਹਾਰਾਜ ਨੂੰ ਕਹਿੰਦਾ ਇੱਥੇ ਹੀ ਬਹਿਣਾ, ਹੁਣ ਗਾਂ ਨਹੀਂ ਜਾਣਾ, ਚੰਗੇ ਘਰੋਂ ਸੈਰ ਕਰਨ ਆਏ ਆ। ਹੁਣ ਉਹਦੀ ਆਦਤ ਮਹਾਰਾਜ ਨੇ ਬਣਾਈ ਹੋਈ ਸੀ, ਕਿਉਂਕਿ ਉਹਦੇ ਰਾਹੀਂ ਕਈ ਪ੍ਰਕਾਰ ਦੇ ਕੌਤਕ ਕਰਨੇ ਸਨ। ਇਤੀ ਮਹਿਮਾ ਨੈਣ ਨਿਹਾਰੀ। ਇੰਨੀ ਮਹਿਮਾ ਭਾਈ ਮਰਦਾਨੇ ਨੇ ਹੁਣ ਤੱਕ ਗੁਰੂ ਨਾਨਕ ਦੇਵ ਜੀ ਦੀ ਇਹਨਾਂ ਅੱਖਾਂ ਨਾਲ ਦੇਖੀ ਹੈ। ਤਦਪ ਨਾ ਰਹਿਤਾ ਇਨ ਨਾਹੇ ਵਿਸਾਰੀ। ਸੋ ਤਦਪ ਨਾ ਰਹਿਤ ਹੋਏ ਅਨੁਸਾਰੀ, ਕਹਿੰਦੇ ਤਾਂ ਵੀ ਇਹਨਾਂ ਦੇ ਅਨੁਸਾਰੀ ਹੋ ਕੇ ਨਹੀਂ ਰਹਿੰਦਾ। ਦੇਖੋ ਨਾਲ ਹੀ ਇੰਨੇ ਕੌਤਕ ਦੇਖ ਲਏ, ਆਪਾਂ ਨਹੀਂ ਦੇਖੇ? ਆਪਾਂ ਸਾਰਿਆਂ ਨੇ ਦੇਖੇ, ਸਾਰੇ ਕੌਤਕ ਸੁਣਦੇ ਵੀ ਆ, ਪ੍ਰਤੱਖ ਆਪਾਂ ਦੇਖਦੇ ਵੀ ਆ। ਕੀ ਨਹੀਂ ਦੇਖਿਆ ਆਪਾਂ ਨੇ? ਸਭ ਕੁਝ ਦੇਖਿਆ। ਪਰ ਦੇਖੋ ਆਪਣਾ ਮਨ ਹੈ, ਬਲਿਹਾਰ ਜਾਈਏ ਮਨ ਤੋਂ। ਧੰਨ ਹੈ ਤੂੰ ਮਨ, ਇੰਨੇ ਕੌਤਕ ਦੇਖ ਕੇ ਤੂੰ ਨਹੀਂ ਬਦਲਿਆ। ਢੀਠਾਂ ਦਾ ਸਰਦਾਰ ਹੈ ਤੂੰ। ਜਿੰਨਾ ਮਰਜ਼ੀ ਸੁਣਾਈ ਜਾਓ, ਜਿੰਨਾ ਮਰਜ਼ੀ ਕਹੀ ਜਾਓ, ਮਨ ਦੇ ਉੱਤੇ ਕਹੀ ਹੋਈ ਸਿੱਖਿਆ ਦਾ ਅਸਰ ਹੀ ਨਹੀਂ ਹੁੰਦਾ ਹੈ। ਸ੍ਰੀ ਗੁਰ ਭਨੈ ਚਲਹੁ ਮਰਦਾਨਾ। ਸਤਿਗੁਰੂ ਹੱਸ ਕੇ ਕਹਿਣ ਲੱਗੇ ਚੱਲ ਭਾਈ ਮਰਦਾਨਿਆਂ ਚੱਲੀਏ। ਦੇਖੋ ਸੈਲ ਕਰੋ ਵਿਦ ਨਾਨਾ। ਚੱਲ ਕਈ ਤਰ੍ਹਾਂ ਦੀ ਤੈਨੂੰ ਸੈਰ ਕਰਾਉਣੇ ਆ, ਨਾਨਾ ਪ੍ਰਕਾਰ ਦੇ ਥਾਂ ਦਿਖਾਉਣੇ ਆ। ਇਹ ਪੁਰ ਤੇ ਹੋਏ ਵਿਦਾ ਪਿਆਨੇ। ਉਸ ਨਗਰੀ ਤੋਂ ਭਾਵ ਵਿਸ਼ਵੰਬਰਪੁਰ, ਪਾਟਲੀ ਪੁੱਤਰ, ਪਟਨਾ ਸਾਹਿਬ, 3 ਨਾਉ ਨੇ। ਉਸ ਨਗਰ ਤੋਂ ਫਿਰ ਅੱਗੇ ਗਤਦਾਈ ਗੁਰੂ ਨਾਨਕ ਸਾਹਿਬ ਚੱਲੇ ਨੇ। ਭਗਤ ਜਗਤ ਮਹਿ ਜਿਨ ਪ੍ਰਗਟਾਨੇ। ਜਿਨ੍ਹਾਂ ਨੇ ਭਗਤੀ ਨੂੰ ਜਗਤ ਵਿੱਚ ਪ੍ਰਗਟ ਕੀਤਾ ਹੈ। ਗਮਨੇ ਮਾਰਗ ਮਹਿ ਗਤਦਾਈ। ਕਲਿਆਣ ਦੇ ਦੇਣ ਹਾਰੇ ਸਤਿਗੁਰੂ ਫਿਰ ਅੱਗੇ ਚੱਲੇ ਹਨ। ਕਿਤਕ ਕੋਸ ਪਰ ਪਹੁੰਚੇ ਜਾਈ। ਕਿੰਨੇ ਕੋ ਅੱਗੇ ਜਦੋਂ ਚਲੇ ਗਏ ਹਨ। ਅੱਗੇ ਸਾਗਰ ਕੋ ਤਟ ਦੇਖਾ। ਅੱਗੇ ਸਮੁੰਦਰ ਦਾ ਕਿਨਾਰਾ ਆ ਗਿਆ। ਲਗਿਓ ਜਾਹੇ ਸੋ ਮੱਛ ਵਿਸੇਖਾ। ਸੋ ਜਿੱਥੇ ਬੜਾ ਭਾਰੀ ਮੱਛ ਸਮੁੰਦਰ ਦੇ ਕਿਨਾਰੇ ਤੇ ਲੱਗਿਆ ਹੋਇਆ। 35 ਕੋਸ ਹੋ ਤੋ ਵਿਸਤਾਰਾ। ਬੜਾ ਵੱਡਾ ਮਗਰਮੱਛ, ਇਹ ਮੰਨਣ ਚ ਨਹੀਂ ਆਵੇਗਾ ਆਪਣੇ, 35 ਕੋਹ ਤੱਕ ਲੰਬਾ ਸੀ। ਮਗਰਮੱਛ ਜਿਹੜੇ ਸਮੁੰਦਰ ਦੇ ਵਿਚਕਾਰ ਜੇ ਹੁੰਦੇ ਨੇ ਥੱਲੇ ਜਾ ਕੇ, ਉਹ ਬਾਹਰ ਸਾਈਡ ਤੇ ਨਹੀਂ ਆਉਂਦੇ, ਕਿਉਂਕਿ ਵੇਲ ਮੱਛੀ ਲਾ ਲਓ, ਜੇ ਬਾਹਰ ਆ ਜੇ ਫਿਰ ਅੰਦਰ ਨਹੀਂ ਵੜ ਸਕਦੀ। ਬੜੀ ਹੈਰਾਨਗੀ ਦੀ ਗੱਲ ਹੈ ਕਿ 35 ਕੋਹ ਲੰਬਾ ਮਗਰਮੱਛ ਕਿਨਾਰੇ ਤੱਕ ਆਇਆ ਹੋਇਆ। ਪੀਠ ਤਾਹੀਂ ਕੀ ਚੜੇ ਉਦਾਰਾ। ਕਿਉਂਕਿ ਉਹਦੀ ਪੂਛ ਪਿਛਲੇ ਪਾਸੇ ਲੱਗੀ ਹੋਈ ਸੀ, ਬਾਕੀ ਦਾ ਸਾਰਾ ਪਾਣੀ ਵਿੱਚ ਸੀ। ਮਾਨੋ ਉੱਥੇ ਜਹਾਜ਼ ਵਾਂਗੂ ਆ ਕੇ ਲੱਗਿਆ ਹੋਇਆ ਸੀ, ਉਹਦੇ ਉੱਤੇ ਜਾ ਚੜੇ। ਚੜ ਕਰ ਬੋਲੇ ਦੀਨ ਦਿਆਲਾ। ਉਹਦੀ ਪਿੱਠ ਤੇ ਚੜ ਕੇ ਦੀਨ ਦਿਆਲ ਜੀ ਬੋਲੇ। ਸੁਨੋ ਬੈਨ ਮਰਦਾਨਾ ਬਾਲਾ। ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਬਚਨ ਸੁਣੋ। ਅਬ ਕਾ ਪਰ ਹਮ ਗਮਨੇ ਜਾਹੀ। ਹੁਣ ਅਸੀਂ ਕਾਹਦੇ ਉੱਤੇ ਤੁਰੇ ਜਾਂਦੇ ਹਾਂ ਦੱਸੋ।
ਭੇਦ ਲਖਿਓ ਕਹਿੰਦੋ ਤੁਮ ਨਾਹੀ। ਤੁਸੀਂ ਭੇਦ ਜਾਣਿਆ, ਜਿਹੜਾ 35 ਕਿਲੋਮੀਟਰ ਲੰਮਾ ਮੱਛ ਹੋਊ ਫਿਰ ਚੌੜਾ ਵੀ ਤਾਂ ਬਹੁਤ ਹੋਊਗਾ ਉਹ। ਇਸ ਕਰਕੇ ਇਹਨਾਂ ਨੂੰ ਨਹੀਂ ਪਤਾ ਲੱਗਿਆ ਦੋਨਾਂ ਨੂੰ। ਗੁਰੂ ਨਾਨਕ ਸਾਹਿਬ ਨੂੰ ਪਤਾ ਕਿ ਅਸੀਂ ਮੱਛ ਦੇ ਉੱਤੇ ਚੜ੍ਹ ਗਏ, ਜਿਵੇਂ ਧਰਤੀ ਤੇ ਤੁਰੀਦਾ ਮੱਛ ਦੇ ਉੱਤੇ ਉੱਤੇ ਤੁਰੇ ਜਾਂਦੇ ਹਨ। ਮੈਂ ਤਬ ਕਹਿਓ ਨਾ ਹਮ ਕਛ ਜਾਪੇ। ਮਹਾਰਾਜ ਪਤਾ ਨਹੀਂ ਲੱਗਦਾ ਅਸੀਂ ਕਾਹਦੇ ਤੇ ਤੁਰੇ ਜਾਂਦੇ ਆ, ਦੋਨਾਂ ਨੂੰ ਸਾਨੂੰ ਨਹੀਂ ਪਤਾ ਲੱਗਦਾ। ਤੁਮਰੀ ਗਤ ਤੁਮ ਜਾਣੋ ਆਪੇ। ਤੁਸੀਂ ਆਪਣੀ ਗਤ ਮਰਿਆਦਾ ਨੂੰ ਆਪ ਹੀ ਜਾਣਦੇ ਹੋ। ਹਮਰੀ ਅਲਪ ਬੁੱਧ ਕਿਆ ਜਾਣੇ। ਮਹਾਰਾਜ ਸੱਚੇ ਪਾਤਸ਼ਾਹ ਸਾਡੀ ਤਾਂ ਦੋਨਾਂ ਜੀ ਤੁੱਛ ਜੀ ਬੁੱਧੀ ਹੈ ਜੀ। ਤੁਮ ਪਰਮੇਸ਼ਰ ਪੁਰਖ ਮਹਾਨੇ। ਆਪ ਜੀ ਪਰਮੇਸ਼ਰ ਹੋ, ਮਾਨ ਪੁਰਖ ਹੋ ਜੀ। ਸੋ ਹਮ ਲਖ ਹੈ ਜੋ ਆਪ ਲਖਾਵੋ। ਅਸੀਂ ਉਹ ਜਾਣਦੇ ਹਾਂ ਜੋ ਤੁਸੀਂ ਜਣਾ ਦਿੰਦੇ ਹੋ। ਦੇਖੈ ਸੋ ਜੋ ਆਪ ਦਿਖਾਵੋ। ਦੇਖਦੇ ਆ ਉਹੀ ਜੋ ਤੁਸੀਂ ਦਿਖਾ ਦਿੰਦੇ ਹੋ। ਗੁਰੂ ਪਨੈ ਇਹ ਮੱਛ ਮਹਾਨਾ। ਮਹਾਰਾਜ ਕਹਿੰਦੇ ਭਾਈ ਜਿੱਥੇ ਆਪਾਂ ਤੁਰੇ ਜਾਂਦੇ ਆ ਨਾ, ਇਹ ਬਹੁਤ ਵੱਡਾ ਮਗਰ ਮੱਛ ਹੈ ਇੱਕ। ਕਿਤੇ ਕਾਲ ਕੇ ਕਰਤ ਪਿਆਨਾ। ਸੋ ਅਸੀਂ ਜਿਹੜੇ ਹਾਂ ਕਿੰਨਾ ਸਮਾਂ ਤੋਂ ਲੈ ਕੇ ਮੱਛ ਦੇ ਉੱਤੇ ਤੁਰੇ ਆ ਰਹੇ ਹਾਂ। ਅੱਗੇ ਕੀਤੀ ਦੂਰ ਲਉ ਲਖੀਐ। ਅੱਗੇ ਹੋਰ ਬਹੁਤ ਦੂਰ ਤੱਕ ਇਹ ਮੱਛ ਲੰਬਾ ਹੈ। ਚਲੋ ਭਲੀ ਵਿਦ ਸੋ ਇਹ ਪਿਖੀਐ। ਚਲੋ ਭਲੇ ਤਰੀਕੇ ਨਾਲ ਇਸ ਮੱਛ ਨੂੰ ਆਪਾਂ ਦੇਖਦੇ ਹਾਂ। ਜਾਏ ਸੀਸ ਪਰ ਕੀਨੋ ਡੇਰਾ। ਜਾ ਕਰਕੇ ਉਹਦੇ ਸਿਰ ਦੇ ਉੱਤੇ ਖੜੇ ਹੋ ਗਏ, ਤੁਰੇ 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 ਜਾਂਦੇ। ਮੱਛ ਦਾ ਜਦੋਂ ਸਿਰ ਆ ਗਿਆ ਨਾ, ਉੱਥੇ ਖੜ ਗਏ ਜਾ ਕੇ। ਤਬ ਮਰਦਾਨੇ ਮੁਖ ਤੇ ਹੇਰਾ। ਦੋਨੋਂ ਭਾਈ ਮਰਦਾਨੇ ਨੇ ਮੱਛ ਦਾ ਮੁਖ ਦੇਖਿਆ ਹੈ। ਪਸਰਿਓ ਦੀਸਤ ਵੱਡੋ ਅਕਾਰਾ। ਬੜਾ ਵੱਡਾ ਮੂੰਹ ਹੈ ਮਗਰ ਮੱਛ ਦਾ। ਜਾ ਕੇ ਜਦੋਂ ਦੇਖਿਆ ਉਸ ਵਕਤ ਦੀਰਘ ਲੋਚਨ ਕੀ ਵਿਸਤਾਰਾ। ਬੜੀਆਂ ਬੜੀਆਂ ਅੱਖਾਂ ਹਨ ਵਿਸਥਾਰ ਵਾਲੀਆਂ। ਦੋਹਰਾ ਭੈ ਕਰ ਉਰ ਵਿਸ ਮਾਦਿਓ। ਆਸ ਵਿਦ ਬਚਨ ਅਲਾਏ। ਡਰ ਕੇ ਮਨ ਦੇ ਅੰਦਰ ਹੈਰਾਨ ਹੋ ਕੇ ਇਸ ਤਰ੍ਹਾਂ ਬਚਨ ਕਿਹਾ। ਸ੍ਰੀ ਗੁਰੂ ਤੁਮਰੀ ਕੁਦਰਤਾ ਤੁਮ ਹੀ ਕੋ ਬਨਿਆਏ। ਮਹਾਰਾਜ ਇਹ ਤਾਂ ਤੁਹਾਡੀ ਕੁਦਰਤ ਹੈ, ਤੁਹਾਨੂੰ ਹੀ ਬਣ ਆਉਂਦੀ ਹੈ। ਚੌਪਈ ਜਾਮਨ ਬਸੇ ਭਈ ਪੁਨ ਮੋਰਾ। ਉੱਥੇ ਫਿਰ ਜਾਮਨ ਤੋਂ ਪਾਵੋ ਤੇ ਰਾਤ ਬੈਠੇ ਰਾਤ ਭਰ, ਤੇ ਉੱਥੇ ਸਵੇਰ ਹੋ ਗਈ ਕਿਉਂਕਿ ਉਹਦਾ ਕਲਿਆਣ ਕਰਨਾ ਸੀ। ਮਗਰ ਮੱਛ ਦਾ ਵੀ ਕੌਡੇ ਰਾਖਸ਼ ਵਾਂਗੂ ਸਰਾਪਿਆ ਹੋਇਆ ਸੀ। ਮੱਛ ਦੇਹ ਛੁੱਟ ਪਲਟੀ ਔਰਾ। ਉਹ ਮੱਛ ਦੀ ਦੇਹੀ ਛੁੱਟ ਗਈ ਔਰ ਹੋਰ ਹੀ ਕੁਝ ਬਣ ਗਿਆ। ਉਸਤ ਕਹਿਤ ਕਰੀ ਪਦ ਬੰਧਨ। ਬੜੀ ਉਸਤਤੀ ਕੀਤੀ ਉਸ ਵਕਤ, ਮਹਾਰਾਜ ਨੂੰ ਮੱਥਾ ਟੇਕਿਆ ਉਹਨੇ। ਜਿਦਾ ਆਨੰਦ ਤਨ ਧੁੰਦ ਨਿਕੰਦਨ। ਉਸ ਵਕਤ ਨਾਸ਼ ਕਰਨ ਵਾਲੇ ਸਾਰਾ ਧੁੰਦ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਤ ਚੇਤਨ ਆਨੰਦ ਸਰੂਪ। ਸ੍ਰੀ ਪਰਮਾਤਮਾ ਦੇਵਨ ਦੇਵੰ। ਪਰਮਾਤਮ ਦੇਵ ਦੇਵਾਨ ਦੇਵ ਸੱਚੇ ਪਾਤਸ਼ਾਹ। ਲਖ ਨ ਸਕਹਿ ਕੋ ਰਾਵਰ ਭੇਵੰ। ਕੋਈ ਆਪ ਜੀ ਦਾ ਭੇਦ ਜਾਣ ਨਹੀਂ ਸਕਦਾ। ਦੇਹ ਬਲੋਕ ਬੇਦੀ ਕੁਲ ਕੀਤਾ। ਉਹਨੂੰ ਦੇਖ ਕਰਕੇ ਬੇਦੀਆਂ ਦੀ ਕੁਲ ਦੇ ਨਿਸ਼ਾਨ ਰੂਪ ਗੁਰੂ ਸਾਹਿਬ। ਬੋਲੇ ਬਚਨ ਬੂਝਨੇ ਹੇਤਾ। ਸੋ ਬਚਨ ਪੁੱਛਣ ਵਾਸਤੇ ਇਸ ਤਰ੍ਹਾਂ ਬੋਲੇ। ਕੌਣ ਹੈ ਤੂੰ ਕਹੋ ਬੁਝਾਈ। ਤੂੰ ਕੌਣ ਹੈ ਬਈ, ਸਾਨੂੰ ਦੱਸਣਾ ਕਰ ਤੂੰ। ਕੈਸੇ ਮੱਛ ਦੇਹ ਵੱਡ ਪਾਈ। ਇਹ ਮੱਛ ਦੀ ਦੇਹੀ ਤੂੰ ਏਡੀ ਵੱਡੀ ਕਿਵੇਂ ਪ੍ਰਾਪਤ ਕੀਤੀ ਹੈ। ਦੇਹ ਤਜ ਧਾਰਿਓ ਦੇਹ ਨਵੀਨਾ। ਹੁਣ ਤੂੰ ਉਹ ਦੇਹੀ ਛੱਡ ਕੇ ਨਵੀਨ ਦੇਹੀ ਧਾਰ ਲਈ ਹੈ। ਪਟ ਭੂਖਣਾ ਸੁਠ ਪਹਿਰ ਪਰਵੀਨਾ। ਬੜੇ ਸੁੰਦਰ ਬਸਤਰ ਪਾਏ ਹੋਏ ਹਨ, ਹੁਣ ਤੂੰ ਹੋਰ ਰੂਪ ਚ ਆ ਗਿਆ ਹੈ। ਬੋਲਿਓ ਤਵੈ ਸੁਨੋ ਭਗਵੰਤਾ। ਉਹ ਬੋਲਿਆ ਉਸ ਵਕਤ, ਸੁਣੋ ਭਗਵੰਤ ਜੀ। ਤੁਮ ਜਾਣਤ ਸਭ ਵਿਦ ਵਰਤੰਤਾ। ਤੁਸੀਂ ਸਾਰਿਆਂ ਤਰੀਕਿਆਂ ਨਾਲ ਹੀ ਜਾਣਦੇ ਹੋ ਵਰਤਾਂਤ। ਅਪਾਰ ਸੁਨਾਵਨ ਕੇ ਹਿਤ ਗਾਥਾ। ਫੇਰ ਵੀ ਇਹ ਜਿਹੜਾ ਹੋਰਨਾਂ ਨੂੰ ਸੁਣਾਉਣ ਵਾਸਤੇ ਸਾਰੀ ਗਾਥਾ। ਮੋਰ ਸਾਥ ਬੂਝੋ ਜਗਨਾਥਾ। ਇਹ ਜਗਤ ਦੇ ਮਾਲਕ ਤੁਸੀਂ ਮੈਨੂੰ ਪੁੱਛ ਰਹੇ ਹੋ ਜੀ। ਤ੍ਰੇਤੇ ਯੁਗ ਪਾ ਜਨਕ ਵਧੇਹੀ। ਇਹ ਜੀ ਤ੍ਰੇਤੇ ਦੀ ਗੱਲ ਹੈ, ਜਦੋਂ ਜਨਕ ਰਾਜਾ ਹੋਇਆ। ਤੇ ਸੇਵਕ ਹਾਂ ਸੇਵ ਕਰੇਹੀ। ਮੈਂ ਉਹਦਾ ਸੇਵਕ ਬਣ ਕੇ ਉਹਦੀ ਸੇਵਾ ਕਰਦਾ ਸੀ। ਇੱਕ ਦਿਨ ਕਾਜ ਕਰਨ ਕੁਛ ਭਾਖਾ। ਇੱਕ ਦਿਨ ਕੋਈ ਕੰਮ ਕਰਨ ਨੂੰ ਮੈਨੂੰ ਉਹਨੇ ਰਾਜੇ ਜਨਕ ਨੇ ਕਿਹਾ, ਜੋ ਬ੍ਰਹਮ ਗਿਆਨੀ ਸੀ।
ਕੀਨ ਤਵੈ ਮੈਂ ਰਿਸ ਉਰ ਰਾਖਾ। ਮੈਂ ਉਸ ਵਕਤ ਕੀਨ ਤਵੈ ਮੈਂ ਰਿਸ ਉਰ ਰਾਖਾ। ਕੀਨਾ ਤਾਂ ਸੀ ਕੰਮ, ਪਰ ਗੁੱਸਾ ਰੱਖਿਆ ਮਨ ਦੇ ਅੰਦਰ। ਜਨਕ ਜਾਨ ਮਨ ਬਚਨ ਬਖਾਨਾ। ਰਾਜੇ ਜਨਕ ਨੇ ਇਹ ਗੱਲ ਜਾਣ ਲਈ ਮਨ ਚ ਅੰਤਰਜਾਮੀ ਸੀ ਇਉਂ ਕਿਹਾ, ਤਰਫ ਮੀਨ ਜਿਉ ਕਾਜ ਕਰਾਨਾ। ਕਹਿੰਦੇ ਮੱਛੀ ਵਾਂਗੂ ਤੜਫ ਕੇ ਕਿਉਂ ਕੰਮ ਕਰਦਾ? ਸਧਾਰਨ ਤੌਰ ਤੇ ਕੰਮ ਕਰੀਦਾ ਹੁੰਦਾ। ਜਿਨ ਕੇ ਬਚਨ ਮੀਨ ਤਨ ਪਾਇਓ। ਉਹਨਾਂ ਦੇ ਬਚਨ ਹੋਣ ਕਰਕੇ ਮੈਨੂੰ ਇਹ ਮੱਛ ਦਾ ਤਨ ਮਿਲਿਆ। ਤੁਮਰੇ ਚਰਨ ਪਰਸ ਸੁਟਕਾਇਓ। ਤੁਹਾਡੇ ਚਰਨ ਪਰਸ ਹੋਏ ਨੇ, ਸਪਰਸ ਹੋਏ ਨੇ, ਤਾਂ ਮੈਨੂੰ ਹੁਣ ਇਹ ਦੇਹੀ ਤੋਂ ਛੁਟਕਾਰਾ ਮਿਲਿਆ। ਅਸ ਕਹਿ ਦੇਵ ਸਦਨ ਕੋ ਗਇਓ। ਇਸ ਤਰ੍ਹਾਂ ਉਹ ਕਹਿ ਕਰਕੇ ਮਾਤ ਲੋਕ ਤੋਂ ਚਲਿਆ ਗਿਆ ਦੇਵ ਲੋਕ ਨੂੰ। ਜਨਕ ਸਰਾਪ ਤੇ ਸੂਟਤ ਭਇਓ। ਜਨਕ ਦੇ ਸਰਾਪ ਤੋਂ ਇਹ ਛੁੱਟ ਗਿਆ ਹੈ। ਬਹਰੋ ਆਗੇ ਕੀਨ ਪਿਆਨਾ। ਫੇਰ ਅੱਗੇ ਪਿਆਨਾ ਕੀਤਾ। ਚਲਤੇ ਮਗ ਬੋਲਿਓ ਮਰਦਾਨਾ। ਰਸਤੇ ਚੱਲਦੇ ਹੋਏ ਭਾਈ ਮਰਦਾਨਾ ਇਸ ਤਰ੍ਹਾਂ ਬਚਨ ਬੋਲੇ। ਇਹ ਪ੍ਰਸੰਗ ਪੜ੍ਹ ਕੇ ਜੋ ਲੋਕ 35 ਕੋਹ ਲੰਬੀ ਮੱਛੀ ਸਮੁੰਦਰਾਂ 'ਚ ਲੱਭਦੇ ਨੇ ਤੇ ਪਤਾ ਲੱਗਣ ਕਿ ਲੰਮੀ ਤੋਂ ਲੰਮੀ ਮੱਛੀ 50-60 ਫੁੱਟ ਹੁੰਦੀ ਹੈ, 100 ਹੋ ਜਾਊਗੀ, ਉਹ ਨਿਰਾਸ਼ ਹੁੰਦੇ ਨੇ। ਪਰ ਇਸ ਪ੍ਰਸੰਗ ਦੀ ਵਿਥਿਆ ਇਸ ਦੇ ਵਿੱਚ ਹੈ ਕਿ ਕੋਈ ਜੋਗੀ ਰਾਜ ਜਨਕ ਦਾ ਸਰਾਪਿਆ, ਉਹਦਾ ਕੋਈ ਦਾਸ ਸੀ। ਇਹ 19ਵਾਂ ਜਨਕ ਹੋਇਆ ਜਿਹਨੂੰ ਆਪਾਂ ਸੁਣ ਰਹੇ ਹਾਂ, ਕਿਉਂਕਿ ਜਨਕ ਤਾਂ ਇਹ ਗੱਦੀ ਦਾ ਨਾਂ ਸੀ। ਪਿੱਛੇ ਪਿੱਛੇ ਜਨਕ ਅੱਖਰ ਲੱਗਦਾ ਹਰੇਕ ਦੇ, ਪਹਿਲਾ ਜਨਕ, ਦੂਜਾ ਜਨਕ, ਤੀਜਾ ਜਨਕ, ਚੌਥਾ ਜਨਕ। ਇਹ ਜਿਹੜਾ 19ਵਾਂ ਜਨਕ ਸੀ ਨਾ, ਇਹ ਬ੍ਰਹਮ ਗਿਆਨੀ ਸੀ। ਤੇ ਇਸ ਕਰਕੇ ਇਹਦਾ ਸਰਾਪਿਆ ਹੋਇਆ ਕੋਈ ਦਾਸ ਸੀ। ਉਹਨੂੰ ਜੋ ਸੂਰਤ ਮਿਲੀ ਸੀ ਸੋ ਇਸ ਤਰ੍ਹਾਂ ਦੀ ਮਿਲੀ ਸੀ, ਕਿਉਂਕਿ ਸਰਾਪ ਕਰਕੇ ਏਡਾ ਵੱਡਾ ਹੋਇਆ। ਵੈਸੇ ਕੋਈ ਮੱਛ ਏਡਾ ਵੱਡਾ ਕਹਿੰਦੇ ਹੁੰਦਾ ਨਹੀਂ। ਗੁਰੂ ਵਿੱਚ ਪੂਰਨ ਭਾਵਨਾ ਹੋਣ ਕਰਕੇ, ਗੁਰੂ ਆਤਮਾ ਸੱਤਿਆ ਵਾਲਾ ਹੋਣ ਕਰਕੇ ਜਿਸ ਰੂਪ ਵਿੱਚ ਉਹ ਗਿਆ, ਉਹ ਅਵਗਤ ਹਾਲਤ ਦਾ ਰੂਪ ਹੈ, ਜੋ ਇਸ ਲੋਕ ਤੇ ਪਰਲੋਕ ਵਿਚਕਾਰ ਇੱਕ ਅਵਸਥਾ ਹੈ ਜਿੱਥੇ ਸ਼ੁਭ ਗਤੀ ਨੂੰ ਨਾ ਪ੍ਰਾਪਤ ਹੋਏ ਅਮੁਕਤ ਪੁਰਖ ਦੁੱਖ ਪਾਉਂਦੇ ਨੇ। ਉਹ ਅਮੁਕਤ ਰੂਪ ਦੀ ਗਤੀ ਗੁਰੂ ਜੀ ਨੇ ਕੀਤੀ। ਇਹੀ ਪ੍ਰਯੋਜਨ ਸੀ ਸੈਰ ਜਾਂ ਮੱਛੀ ਦਿਖਾਉਣੀ। ਪ੍ਰਯੋਜਨ ਨਹੀਂ ਸੀ ਮੱਛੀ ਦਿਖਾਉਣ ਦਾ, ਕੋਈ ਪ੍ਰਯੋਜਨ ਨਹੀਂ, ਨਾ ਕੋਈ ਸੈਰ ਦਾ। ਪੁਰਾਤਨ ਸਮੇਂ ਦੇ ਤਪਸਵੀ ਤੇ ਆਤਮ ਉન્નਤੀ ਵਾਲੇ ਲੋਕ ਸਰਾਪ ਬੜੀ ਛੇਤੀ ਦਿੰਦੇ ਸੀ, ਫਿਰ ਬਖਸ਼ ਨਹੀਂ ਸੀ ਸਕਦੇ। ਇਹ ਉਹਨਾਂ ਨੂੰ ਬੜਾ ਔਖਾ ਸੀ। ਸਰਾਪ ਦੇਣਾ ਸੌਖਾ, ਬਖਸ਼ਣਾ ਬਹੁਤ ਔਖਾ। ਗੁਰੂ ਨਾਨਕ ਦੇਵ ਜੀ ਨੇ ਇਹੋ ਜਿਹੇ ਪ੍ਰਸੰਗਾਂ ਵਿੱਚ ਇਹਨਾਂ ਸਰਾਪਾਂ ਨਾਲ ਸਰਾਪੇ ਲੋਕਾਂ ਦਾ ਉਧਾਰ ਬਹੁਤ ਕੀਤਾ। ਜਿਉਂ-ਜਿਉਂ ਸਾਖੀਆਂ ਪੜ੍ਹੋ ਪਤਾ ਲੱਗਦਾ ਹੈ ਗੁਰੂ ਜੀ ਬੰਦਗੀ ਕਰ ਰਹੇ ਲੋਕਾਂ ਨੂੰ ਜਾ ਮਿਲਦੇ ਤੇ ਉਹਨਾਂ ਦੀ ਤਪੱਸਿਆ ਵਿੱਚ ਜਾਨ ਭਰ ਦਿੰਦੇ, ਜਾਂ ਸਰਾਪਿਆਂ ਨੂੰ ਸਰਾਪ ਤੋਂ ਛੁਡਾ ਰਹੇ ਨੇ, ਜਾਂ ਨਵੀਨ ਪਨੀਰੀਆਂ ਆਤਮ ਬਗੀਚੇ 'ਚ ਲਗਾ ਰਹੇ ਨੇ। ਸੋ ਇਸ ਕਰਕੇ ਕਹਿੰਦੇ ਹੁਣ ਪੱਛਮੀ ਲੋਕਾਂ ਨੇ ਵੀ, ਜਿਨ੍ਹਾਂ ਦੀ ਵਿੱਦਿਆ ਪਾ ਕੇ ਸਾਡੇ ਲੋਕ ਸੰਸੇ ਬਿਰਤੀ 'ਚ ਵਿਆਕੁਲ ਹਨ, ਮੰਨਿਆ ਕਿ ਐਸੀਆਂ ਹਾਲਤਾਂ ਸੰਭਵ ਨੇ। ਸੋ ਆਟੋ ਸੁਜੈਸ਼ਨ, ਸਵੈ ਸੰਕਲਪ ਜਿਸ ਪ੍ਰਕਾਰ ਦਾ ਕਿਸੇ ਅੰਦਰ ਕੋਈ ਜੋ ਪ੍ਰਬਲ ਆਤਮਾ ਸੱਤਿਆ ਵਾਲਾ ਆਦਮੀ ਜਾਰੀ ਕਰ ਦੇਵੇ, ਵੈਸੀ ਉਹਦੀ ਦਸ਼ਾ ਹੋ ਜਾਂਦੀ। ਸੋ ਦੂਸਰੀ ਵਿਚਾਰ ਇਹ ਹੈ ਕਿ ਕਰਾਚੀ ਵੱਲ ਮੱਛ ਵੱਡੇ ਬੇੜੇ ਤੇ ਜਹਾਜ਼ ਨੂੰ ਕਹਿੰਦੇ ਨੇ, ਮਛੂਆ ਨਿੱਕੀ ਕਿਸ਼ਤੀ ਨੂੰ ਕਹਿੰਦੇ ਨੇ, ਕਿਸ਼ਤੀ ਨੂੰ ਪੂਰਬ ਵਿੱਚ ਵੀ ਕਹਿੰਦੇ ਮਛੂਆ। ਅਸਲ ਜਨਮ ਸਾਖੀ ਵਿੱਚ ਕੀ ਪਤਾ ਪ੍ਰਸੰਗ ਕਿਵੇਂ ਸੀ ਤੇ ਹੰਦਾਲੀਏ ਨੇ ਉਹਨੂੰ ਕਿਵੇਂ ਉਲਟਾਇਆ, ਇਹ ਪ੍ਰਸੰਗ ਪੁਰਾਤਨ ਜਨਮ ਸਾਖੀ ਵਿੱਚ ਨਹੀਂ ਹੈ। ਇਸ ਕਰਕੇ ਪਰ ਜਦੋਂ ਪ੍ਰਸੰਗ ਆਉਂਦਾ ਗੱਲ ਵਿਸ਼ਵਾਸ ਦੀ ਹੁੰਦੀ ਹੈ। ਭਈ ਗੁਰੂ ਨਾਨਕ ਸਾਹਿਬ ਕੀ ਨਹੀਂ ਕਰ ਸਕਦੇ ਤੇ ਰੱਬ ਕੀ ਨਹੀਂ ਬਣਾ ਸਕਦਾ। ਸਭ ਕੁਝ ਹੋ ਸਕਦਾ, ਜੋ ਗੁਰੂ ਸਾਹਿਬ ਚਾਹਣ ਉਹੀ ਕੁਝ ਹੋ ਸਕਦਾ। ਇਸ ਕਰਕੇ ਇੱਥੇ ਬਚਨ ਆਇਆ ਵੀ ਇਹ ਸਰਾਪਿਆ ਹੋਣ ਕਰਕੇ ਏਡਾ ਵੱਡਾ ਸੀ ਤੇ ਗੁਰੂ ਨਾਨਕ ਸਾਹਿਬ ਨੇ ਉਹਨੂੰ ਤਾਰ ਦਿੱਤਾ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਈਓ ਗੁਰੂ ਘਰ ਦੇ ਵਿੱਚ ਕਿਹਾ ਕਿ ਨਾ ਤਾਂ ਕੋਈ ਕਿਸੇ ਨੂੰ ਵਰ ਦੇਵੇ, ਨਾ ਸਰਾਪ, ਕਿਉਂਕਿ ਵਰ ਤੇ ਸਰਾਪ ਗੁਰਸਿੱਖਾਂ ਨੂੰ ਮਨਾ ਕੀਤੇ ਮਹਾਰਾਜ ਨੇ। ਇਹ ਗੁਰਮਤਿ ਅਨੁਸਾਰ ਯੋਗ ਨਹੀਂ ਬਣਦੇ। ਸੁਤੇ ਸਿੱਧ ਬਚਨ ਨਿਕਲ ਜਾਣਾ ਇੱਕ ਅਲੱਗ ਗੱਲ ਹੁੰਦੀ ਹੈ। ਵਰ ਸਰਾਪ ਜਿਹੜਾ ਹੁੰਦਾ ਉਹ ਬਕਾਇਦਾ ਕਿਹਾ ਜਾਂਦਾ, ਜਿਵੇਂ ਵਰ ਦੇਣਾ ਕਿਸੇ ਨੂੰ ਐਂ ਵੀ ਕਿਹਾ ਜਾਂਦਾ, ਸਰਾਪ ਦੇਣ ਵੇਲੇ ਇਉਂ ਕਿਹਾ ਜਾਂਦਾ। ਸੋ ਜਿਵੇਂ ਦ੍ਰੋਪਦੀ ਨੇ ਸਰਾਪ ਦੇਣਾ ਸ਼ੁਰੂ ਕੀਤਾ ਸੀ, ਮੈਂ ਫਲਾਨੇ ਦੀ ਪੁੱਤਰੀ, ਫਲਾਨੇ ਦੀ ਪੋਤਰੀ, ਫਲਾਨੇ ਇੰਨਿਆਂ ਦੀ ਪਤਨੀ ਦ੍ਰੋਪਦੀ, ਇਹ ਸਰਾਪ ਦਿੰਦੀ ਹਾਂ। ਉੱਥੇ ਹੀ ਰੋਕ ਦਿੱਤੀ ਸੀ, ਨਹੀਂ ਦੇਣਾ ਸਰਾਪ। ਜਦੋਂ ਸਰਾਪ ਦਿੰਦੇ ਨੇ ਤਾਂ ਪੂਰੀ ਆਪਣੀ ਸਾਰੀ ਡਿਟੇਲ ਦੇਣੀ ਪੈਂਦੀ ਕਿ ਮੈਂ ਫਲਾਨਾ 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 ਇਹ ਸਰਾਪ ਦੇ ਰਿਹਾ। ਉਹ ਸਰਾਪ ਦੇਣ ਦਾ ਵੀ ਫਿਰ ਲੇਖਾ ਦੇਣਾ ਪੈਂਦਾ। ਵਰ ਦੇਣ ਵੇਲੇ ਵੀ ਕਹਿਣਾ ਪੈਂਦਾ
ਇਸ ਕਰਕੇ ਸਤਿਗੁਰੂ ਨੇ ਆਪਾਂ ਨੂੰ ਇਹਨਾਂ ਚੀਜ਼ਾਂ ਚੋਂ ਕੱਢ ਲਿਆ। ਪੁੰਨੀ ਪਾਪੀ ਆਖਣ ਨਾਹੇ ਵਿੱਚੋਂ ਵੀ ਕੱਢਿਆ, ਨਾ ਪੁੰਨੀ ਨਾ ਪਾਪੀ, ਨਾ ਆਪਾਂ ਵਰੀ ਨਾ ਸਰਾਪੀ, ਦੋਨਾਂ 'ਚ ਬਾਹਰ ਕੱਢਿਆ। ਸੁਭਾਵਕ ਬਚਨ ਕਰਨਾ ਵੱਖਰੀ ਚੀਜ਼ ਹੈ, ਬਖਸ਼ਿਸ਼ ਹੋਣੀ ਹੋਰ ਚੀਜ਼ ਹੈ। ਇਸ ਤਰ੍ਹਾਂ ਮਹਾਰਾਜ ਨੇ ਜੋ ਬਖਸ਼ਿਸ਼ਾਂ ਕੀਤੀਆਂ ਨੇ, ਸੋ ਮਹਾਰਾਜ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਦਾਤ ਬਖਸ਼ਿਸ਼ ਕੀਤੀ ਛੇਵੇਂ ਪਾਤਸ਼ਾਹ ਨੇ ਅੱਜ ਦੇ ਦਿਹਾੜੇ ਤੇ। ਔਰ ਇੱਕੋ ਹੀ ਪਰਖ ਲਈ ਸੀ। ਮਹਾਰਾਜ ਛੋਟੀ ਉਮਰ 10 ਕੁ ਸਾਲ ਦੀ ਦੌੜੇ ਜਾਂਦੇ ਬਗੀਚੇ ਦੇ ਵਿੱਚ, ਸਾਖੀ ਅੱਗੇ ਆਵੇਗੀ, ਉਹ ਚੋਲੇ ਨਾਲ ਫੁੱਲ ਟੁੱਟ ਗਿਆ। ਛੇਵੇਂ ਪਾਤਸ਼ਾਹ ਕਹਿਣ ਲੱਗੇ ਫੁੱਲ ਕਿਹਨੇ ਤੋੜਿਆ ਹੈ? ਸੱਤਵੇਂ ਪਾਤਸ਼ਾਹ ਕਹਿਣ ਲੱਗੇ ਮੇਰਾ ਚੋਲਾ ਵੱਜ ਗਿਆ ਸੀ। 100 ਕਲੀਆਂ ਦਾ ਚੋਲਾ ਪਾਉਂਦੇ ਸੀ। ਕਹਿੰਦੇ ਦਾਮਨ ਸੰਭਾਲ ਕੇ ਨਹੀਂ ਚੱਲਿਆ ਜਾਂਦਾ ਸੀ, ਤਾਂ ਛੋਟੇ ਜਿਹੀ, ਇਹ ਫੁੱਲ ਕਿਉਂ ਤੋੜਿਆ? ਉਸ ਵਕਤ ਆਪਣਾ ਦਾਮਨ ਸੀ, ਚੋਲਾ ਸੀ, ਇਕੱਠਾ ਕਰਕੇ ਹੱਥ 'ਚ ਫੜ ਲਿਆ, ਇਕੱਠਾ ਕਰ ਲਿਆ। ਸਾਰੀ ਜ਼ਿੰਦਗੀ ਜਦ ਤੱਕ ਰਹੇ ਨੇ ਦਾਮਨ ਇਕੱਠਾ ਹੀ ਰੱਖਿਆ। ਚੋਲਾ 100 ਕਲੀਆਂ ਦਾ ਹੀ ਪਾਇਆ, ਰੱਖਿਆ ਇਕੱਠਾ ਹੀ। ਬਚਨ ਮੰਨਿਆ ਮਹਾਰਾਜ ਦਾ। ਸੱਤਵੇਂ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਛੇਵਿਆਂ ਨੇ। ਸੱਤਵੇਂ ਪਾਤਸ਼ਾਹ ਤੇ ਸੋ ਬਾਬਾ ਗੁਰਦਿੱਤਾ ਜੀ ਜੋ ਛੇਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਸੀ, ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਗੁਰੂ ਹਰਿਰਾਏ ਸਾਹਿਬ ਮਹਾਰਾਜ, ਮਾਤਾ ਨੱਤੀ ਜੀ ਇਹਨਾਂ ਦੇ ਮਾਤਾ ਜੀ ਸਨ। ਸੋ ਕਈਆਂ ਲੋਕਾਂ ਨੂੰ ਇਹ ਭੁਲੇਖਾ ਹੁੰਦਾ ਕਿ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ, ਉਹ ਕਹਿਣਗੇ ਇਹ ਛੇਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਸੀ ਸੱਤਵੇਂ ਪਾਤਸ਼ਾਹ। ਨਹੀਂ, ਇਹ ਛੇਵੇਂ ਪਾਤਸ਼ਾਹ ਦੇ ਪੋਤਰੇ ਸੀ। ਛੇਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ। ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਨੇ ਪਾਵਨ ਪਵਿੱਤਰ। ਆਓ 12 ਮਹਾ ਭੋਗ ਪੈ ਚੁੱਕਿਆ। ਪਿਛਲੇ ਮਹੀਨੇ ਸ਼ਰਵਣ ਕੀਤਾ ਸੀ ਅਖੀਰਲਾ ਮਹੀਨਾ। ਇਸ ਹਿਸਾਬ ਨਾਲ ਆਪਣਾ ਨਵਾਂ ਮਹੀਨਾ ਪ੍ਰਾਰੰਭ ਹੋਇਆ ਹੈ। 12 ਮਾਹਾ ਮਾਝ ਮਹੱਲਾ ਪੰਜਵਾ ਘਰ ਚੌਥਾ। 12 ਮਾਹਾ ਉਚਾਰਨ ਕਰਦੇ ਨੇ ਪੰਜਵੇਂ ਪਾਤਸ਼ਾਹ। ਮਾਝ ਰਾਗ ਦੇ ਵਿੱਚ ਮਾਝ ਰਾਗ ਹੈ, ਚੌਥੇ ਘਰ ਸੁਰ ਤਾਰ 'ਚ ਗਾਉਣ ਦਾ ਹੁਕਮ ਹੈ। 12 ਮਾਹਾ ਪਹਿਲੇ ਪਾਤਸ਼ਾਹ ਨੇ ਤੁਖਾਰੀ ਰਾਗ 'ਚ ਵੀ ਉਚਾਰਿਆ, ਪਰ ਥੋੜਾ ਜਿਹਾ ਸਮਝਣ ਵਿੱਚ ਮਹਿੰਗੀ ਬਾਣੀ ਹੈ, ਇਸੇ ਕਰਕੇ ਬਹੁਤ ਸੌਖੀ ਬਾਣੀ ਉਚਾਰਨ ਕੀਤੀ। 2 12 ਮਾਹਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਸਕਦੇ ਹਾਂ। ਇੱਕ 12 ਮਾਹਾ ਦਸਮ ਗ੍ਰੰਥ ਵਿੱਚ 10ਵੇਂ ਪਾਤਸ਼ਾਹ ਨੇ ਉਚਾਰਿਆ। ਇੱਕ 12 ਮਾਹਾ ਇੱਕ ਸਿੱਖ ਨੇ ਉਚਾਰਿਆ ਸੀ, ਉਹ ਵੀ ਮਹਾਰਾਜ ਦੇ ਹੁਕਮ ਨਾਲ। 10ਵੇਂ ਪਾਤਸ਼ਾਹ ਵੇਲੇ ਜਿਹੜੇ 52 ਕਵੀ ਹੋਏ ਨੇ ਉਹਨਾਂ ਨੇ ਵੀ ਉਚਾਰਿਆ ਸੀ ਇਹ। ਇਸ ਕਰਕੇ ਜਿਵੇਂ ਵੀ ਕਿਸੇ ਦੀ ਇੱਛਾ ਹੁੰਦੀ ਸੀ ਉਹ ਉਚਾਰ ਦਿੰਦਾ ਮਹਾਰਾਜ ਦੇ ਹੁਕਮ ਅਨੁਸਾਰ। ਸਤਿਗੁਰੂ ਫਰਮਾਉਂਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਪਹਿਲੀ ਪੌੜੀ ਵਿੱਚ ਮੰਗਲ ਕੀਤਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਪਿਛਲੇ ਜਨਮ ਦੇ ਕੀਤੇ ਹੋਏ ਜਿਹੜੇ ਕਰਮ ਸੀ ਉਹਨਾਂ ਮੁਤਾਬਕ ਸਾਡੇ ਮੱਥੇ ਤੇ ਕਿਰਤ ਪੈ ਗਈ, ਉਹਦੇ ਕਰਕੇ ਅਸੀਂ ਤੁਹਾਡੇ ਤੋਂ ਵਿਛੜ ਗਏ ਤੇ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲਓ। 4 ਕੁੰਟ ਦਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ। 4 ਕੁੰਟਾਂ ਦੇ ਵਿੱਚ 10 ਦਿਸ਼ਾਂ ਦੇ ਵਿੱਚ ਭ੍ਰਮ ਕੇ ਤੁਹਾਡੀ ਸ਼ਾਮ ਤੋਂ ਭਾਵ ਹੁੰਦਾ ਸ਼ਰਨ ਆ ਗਏ ਆ ਥੱਕ ਕੇ। ਜਦੋਂ ਹੋਰ ਕਿਤੇ ਕੋਈ ਨਹੀਂ ਗੱਲ ਬਣੀ ਤਾਂ ਆਏ ਆ। ਕਿਉਂ? ਧੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੈ ਕਾਮ। ਜਿਵੇਂ ਗਊ ਹੈ, ਦੁੱਧ ਤੋਂ ਬਿਨਾਂ ਕਿਸੇ ਕੰਮ ਨਹੀਂ ਆਉਂਦੀ। ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਪਾਣੀ ਤੋਂ ਬਿਨਾਂ ਜਿਵੇਂ ਖੇਤੀ ਕੁਮਲਾ ਜਾਂਦੀ ਆ, ਉਹ ਤੋਂ ਪੈਸੇ ਨਹੀਂ ਮਿਲਦੇ। ਫਿਰ ਇਸੇ ਪ੍ਰਕਾਰ ਨਿਸ਼ਕਾਮ ਕਰਮਾਂ ਰੂਪੀ ਦੁੱਧ ਤੋਂ ਬਿਨਾਂ ਬੁੱਧੀ ਕਿਸੇ ਕੰਮ ਨਹੀਂ ਹੈ। ਨਾਮ ਰੂਪੀ ਜਲ ਤੋਂ ਬਿਨਾਂ ਜਿਹੜਾ ਨਾਮ ਧਨ ਪੈਦਾ ਹੀ ਨਹੀਂ ਹੁੰਦਾ, ਜੀਵ ਕੁਮਲਾ ਜਾਂਦਾ। ਹਰ ਨਾਹ ਨਾ ਪਾਈ, ਹਰ ਨਾਹ ਨਾ ਮਿਲੀਆ ਸਾਜਨਾ ਕਤ ਪਾਈਆ ਵਿਸਰਾਮ। ਨਾਹ ਦਾ ਮਤਲਬ ਹੁੰਦਾ ਪਤੀ। ਹਰੀ ਰੂਪ ਪਤੀ ਜਦੋਂ ਤੱਕ ਮਿਲਦਾ ਨਹੀਂ ਉਦੋਂ ਤੱਕ ਵਿਸ਼ਰਾਮ ਦਾ ਮਤਲਬ ਹੁੰਦਾ ਟਿਕਾਓ ਕਿੱਥੇ ਪਾਈਏ। 84 ਦੇ ਗੇੜੇ ਹੀ ਮਿਲਦੇ ਰਹਿੰਦੇ ਨੇ। ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਜਿਸ ਹਿਰਦੇ ਰੂਪੀ ਘਰ ਵਿੱਚ ਪਤੀ ਪ੍ਰਮਾਤਮਾ ਪ੍ਰਗਟ ਨਹੀਂ ਹੁੰਦਾ, ਉਹ ਹਿਰਦਾ ਰੂਪੀ ਘਰ, ਉਹ ਸਰੀਰ ਤਾਂ ਭੱਠ ਵਾਂਗੂ ਤਪਦਾ ਹੀ ਰਹਿੰਦਾ। ਸਰਬ ਸਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ।
ਸਾਰੇ ਸ਼ਿੰਗਾਰ ਕਰਨੇ, ਤੰਬੋਲ ਖਾਣੇ ਸਾਰੇ ਰਸ, ਸਣੇ ਦੇਹੀ ਦੇ ਸਾਰੇ ਕਚਿਆਈ ਵਾਲੇ ਨੇ, ਜਿਹਨੂੰ ਪਤੀ ਦੀ ਪ੍ਰਾਪਤੀ ਨਹੀਂ ਹੋਈ ਪ੍ਰਮਾਤਮਾ ਦੀ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਜਿਹੜੀਆਂ ਕੰਤ ਤੋਂ ਵਿਹੂਣੀਆਂ ਨੇ, ਸੁਆਮੀ ਮਾਲਕ ਤੋਂ ਬਿਨਾਂ ਨੇ, ਉਹਨਾਂ ਲਈ ਤਾਂ ਮਿੱਤਰ ਸੱਜਣ ਸਾਰੇ ਜਮਾਂ ਦੀ ਨਿਆਈ ਨੇ। ਨਾਨਕ ਕੀ ਬੇਨੰਤੀ ਆ, ਕਰ ਕਿਰਪਾ ਦੀਜੈ ਨਾਮ। ਸਾਡੀ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਇਹੀ ਬੇਨਤੀ ਆ, ਪੰਜਵੇਂ ਪਾਤਸ਼ਾਹ ਕਹਿੰਦੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ। ਇਹ ਸੁਆਮੀ ਸਾਨੂੰ ਆਪਣੇ ਨਾਲ ਕਿਰਪਾ ਕਰਕੇ ਮੇਲ ਲਓ, ਜਿਹਦਾ ਧਾਮ ਜਿਹੜਾ ਘਰ ਸੱਚਖੰਡ ਹੈ ਨੇਚਲ। ਇਹ ਮੰਗਲ ਕਰਕੇ ਮਹਾਰਾਜ ਨੇ ਫਿਰ ਮਹੀਨਾ ਆਰੰਭ ਕੀਤਾ ਹੈ, ਚੇਤ ਗੋਬਿੰਦ ਆਰਾਧੀਆ। ਚੇਤ ਦੇ ਮਹੀਨੇ ਦੁਆਰਾ ਕਹਿੰਦੇ ਨੇ ਭਾਈ ਗੋਬਿੰਦ ਦੀ ਆਰਾਧਨਾ ਕਰਿਆ ਕਰੋ, ਅਕਾਲ ਪੁਰਖ ਵਾਹਿਗੁਰੂ ਦੀ, ਕਿਉਂਕਿ ਉਹਦੇ ਨਾਲ ਹੀ ਹੋਵੇ ਆਨੰਦ ਘਣਾ। ਉਹਦੇ ਨਾਲ ਹੀ ਮਨ ਦੇ ਅੰਦਰ ਬਹੁਤ ਭਾਰੀ ਆਨੰਦ ਆਉਂਦਾ ਬੰਦੇ ਨੂੰ। ਚੇਤ ਦੇ ਮਹੀਨੇ ਦੁਆਰਾ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਕਰਿਆ ਕਰੋ, ਮੂਲ ਮੰਤਰ ਪੜ੍ਹਿਆ ਕਰੋ, ਬਾਣੀ ਜ਼ਿਆਦੇ ਪੜ੍ਹਿਆ ਕਰੋ। ਉਹ ਜਿਹੜੀ ਆਪਣੇ ਮਨ ਦੇ ਅੰਦਰੋਂ ਹੁਣ ਘਟਦੀ ਜਾਂਦੀ ਭਾਵਨਾ, ਬਾਣੀ ਘੱਟ ਪੜ੍ਹਨ ਦੀ ਗੱਲ, ਉਹਨੂੰ ਛੱਡ ਦਿਓ। ਹੁਣ ਤੱਕ ਆਪਾਂ ਦੇਖ ਹੀ ਲਿਆ ਸਾਰਿਆਂ ਨੇ ਕਿ ਘੱਟ ਬਾਣੀ ਪੜ੍ਹਿਆ ਕੋਈ ਖਾਸ ਗੱਲ ਬਣੀ ਨਹੀਂ ਹੈ। ਬਾਣੀ ਵੱਧ ਪੜ੍ਹਿਆ ਗੱਲ ਬਣਨੀ ਹੈ, ਘੱਟ ਪੜ੍ਹਿਆ ਨਹੀਂ ਗੱਲ ਬਣਨੀ। ਵੱਧ ਤੋਂ ਵੱਧ ਬਾਣੀ ਪੜ੍ਹੀਏ। ਮਨ ਪੜ੍ਹੀਏ ਕਿੱਥੇ ਸੱਚੇ ਪਾਤਸ਼ਾਹ ਬਾਣੀ, ਜਿੱਥੇ ਪੜ੍ਹਦੇ ਲੋਕ ਕਹਿੰਦੇ ਲੈ ਸਾਰਾ ਦਿਨ ਐਵੇਂ ਬੁੜ ਕਰਦਾ, ਕੋਈ ਕਹਿੰਦਾ ਇੰਨੀ ਬਾਣੀ ਕੀ ਕਰਨੀ, ਇੰਨੇ ਪਾਠ ਕੀ ਕਰਨੇ। ਕਹਿੰਦੇ ਦੁਨਿਆਵੀ ਲੋਕਾਂ ਕੋਲ ਨਾ ਪੜ੍ਹੋ ਬਹਿ ਕੇ, ਦੁਨਿਆਵੀ ਲੋਕ ਤੁਹਾਨੂੰ ਟੋਕਾ ਟਾਕੀ ਕਰਨਗੇ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਕਹਿੰਦੇ ਰੱਬ ਦੇ ਪਿਆਰਿਆਂ ਕੋਲ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਨਾਮ ਉਚਾਰਨ ਕਰਿਆ ਕਰੋ। ਉਹ ਸ਼ਾਬਾਸ਼ ਦਿੰਦੇ, ਸ਼ਾਬਾਸ਼ ਅੱਜ ਕਿੰਨੇ ਪਾਠ ਕੀਤੇ, ਇੰਨੇ, ਬਹੁਤ ਸ਼ਾਬਾਸ਼। ਤੇ ਜੇ ਦੁਨਿਆਵੀ ਬੰਦੇ ਨੂੰ ਕਹੋ ਅੱਜ ਮੈਂ ਇੰਨੇ ਪਾਠ ਕੀਤੇ ਆ, ਉਹ ਕਹਿੰਦੇ ਇਹਦੇ ਨਾਲ ਤਾਂ ਤੂੰ ਹੋਰ ਕੋਈ ਕੰਮ ਕਰ ਲੈਂਦਾ, ਇੰਨੇ ਪਾਠਾਂ ਦੀ ਕੀ ਲੋੜ ਹੈ, ਇੱਕ ਪਾਠ ਥੋੜਾ ਹੁੰਦਾ ਕਰਨ ਨੂੰ। ਦੁਨਿਆਵੀ ਲੋਕ ਹਮੇਸ਼ਾ ਪੁੱਠੀ ਰਾਏ ਦਿੰਦੇ ਹੁੰਦੇ ਨੇ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ। ਦੁਨੀਆ ਅੰਦਰ ਉਸ ਬੰਦੇ ਨੂੰ ਆਇਆ ਗਿਣੋ ਜਿਹਨੇ ਆਪਣਾ ਵਾਹਿਗੁਰੂ ਪਾ ਲਿਆ, ਬਾਕੀ ਦੇ ਕਾਹਦੇ ਗਿਣਦੇ ਆ। ਇੱਕ ਕਹਿੰਦੇ ਕਦਮ ਜਿੱਥੇ ਰੱਖਿਆ ਆਪਾਂ ਪਹਿਲਾ ਰਾਜੇ ਦੀ ਕਬਰ, ਦੂਜੇ ਕਦਮ ਥੱਲੇ ਵਜ਼ੀਰ ਦੀ ਕਬਰ ਹੈ। ਇੰਨੇ ਦੁਨੀਆ ਤੇ ਰਾਜੇ ਵਜ਼ੀਰ ਹੋ ਕੇ ਚਲੇ ਗਏ ਨੇ। ਹੁਣ ਆਏ ਤਿਸਹਿ ਗਣਾ, ਕਬੀਰ ਫਰੀਦ ਤਰਲੋਚਨ ਨਾਮਦੇਵ, ਸਾਰਿਆਂ ਦਾ ਨਾਂ ਗਿਣਿਆ। ਗੁਰੂ ਗ੍ਰੰਥ ਸਾਹਿਬ 'ਚ ਸਾਰਿਆਂ ਦਾ ਉਹਨਾਂ ਦਾ ਨਾਂ ਆਇਆ ਜਿਨ੍ਹਾਂ ਨੇ ਪ੍ਰਾਪਤੀ ਕੀਤੀ, ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ। ਤੇ ਦੂਜਿਆਂ ਦਾ ਨਾਂ ਕਾਹਨੂੰ ਲਿਖਣਾ ਸੀ। ਕਾਨਾ ਪੀਲੂ ਛੱਜੂ ਸਾਰੇ ਆਏ ਤਾਂ ਸੀ, ਪਰ ਉਹਨਾਂ ਨਾਂ ਨਹੀਂ ਲਿਖਿਆ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ। ਪਾਣੀ ਵਿੱਚ, ਥਲਾਂ ਵਿੱਚ, ਆਕਾਸ਼ ਵਿੱਚ, ਧਰਤੀ ਵਿੱਚ, ਸਾਰਿਆਂ ਬਣਾ ਵਿੱਚ ਵਾਹਿਗੁਰੂ ਵਿਆਪਕ ਹੈ। ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ। ਜਦੋਂ ਵਾਹਿਗੁਰੂ ਚੇਤੇ ਨਹੀਂ ਆਉਂਦਾ ਕਹਿੰਦੇ ਕਿੰਨਾ ਦੁੱਖ ਗਿਣੀਏ, ਬਹੁਤ ਦੁੱਖ ਲੱਗਦਾ ਕਿ ਵਾਹਿਗੁਰੂ ਅੱਜ ਤੂੰ ਸਾਨੂੰ ਚੇਤੇ ਕਿਉਂ ਨਹੀਂ ਆਇਆ। ਮਹਾਰਾਜ ਕਹਿੰਦੇ ਜਿਤ ਦਿਨ ਬਿਸਰੈ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਆ ਝੂਰ। ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ। ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਰਾਵਿਆ, ਉਚਾਰਨ ਕੀਤਾ, ਉਹਨਾਂ ਦੇ ਬਹੁਤ ਸ਼੍ਰੋਮਣੀ ਭਾਗ ਨੇ। ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ। ਸਾਡੇ ਮਨ ਦੇ ਅੰਦਰ ਪਿਆਸ ਹੈ ਹਰੀ ਦੇ ਦਰਸ਼ਨਾਂ ਨੂੰ, ਮਨ ਲੋਚਦਾ ਹੀ ਰਹਿੰਦਾ। ਹੇ ਹਰੀ ਤੇਰੇ ਦਰਸ਼ਨ ਹੋ ਜਾਣ, ਤੇਰੇ ਦਰਸ਼ਨ ਹੋ ਜਾਣ, ਕਿਉਂਕਿ ਤੇਰੇ ਦਰਸ਼ਨਾਂ ਬਿਨਾਂ ਆਹ ਸਾਨੂੰ ਜੰਜਾਲਾਂ ਤੋਂ ਖਹਿੜਾ ਨਹੀਂ ਛੁੱਟਣਾ ਸਾਡਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਚੇਤ ਦੀ ਮਹੀਨੇ ਦੁਆਰਾ ਕਹਿੰਦੇ ਨੇ ਮਿਲਾਏ ਸੋ ਪ੍ਰਭੂ, ਜਿਹੜਾ ਉਸ ਪ੍ਰਭੂ ਨੂੰ ਸਾਨੂੰ ਮਿਲਾ ਦੇਵੇ। ਸਾਡੇ ਸਤਿਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਜਾਂ ਬਾਬਾ ਬੁੱਢਾ ਜੀ ਵਰਗੇ, ਜਾਂ ਕੋਈ ਬ੍ਰਹਮ ਗਿਆਨੀ ਰੱਬ ਨਾਲ ਮਿਲਾ ਦੇਵੇ ਪੰਜ ਪਿਆਰਿਆਂ ਦੇ, ਤਿਸ ਕੈ ਪਾਏ ਲੱਗਾ। ਕਹਿੰਦੇ ਉਹ ਰੱਬ ਦੇ ਪਿਆਰਿਆਂ ਦੇ ਚਰਨੀ ਲੱਗੀਏ, ਗੁਰੂ ਦੇ ਚਰਨੀ ਲੱਗੀਏ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਜਨ ਹਰਿ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ ਦੀਜੈ ਪ੍ਰਾਨ ਕੋਰ। ਜਿਹੜਾ ਰੱਬ ਨਾਲ ਮਿਲਾ ਦੇਵੇ ਉਹਦੇ ਚਰਨੀ ਲੱਗੀਏ, ਵੀ ਗੁਰਮੁਖਾ ਪ੍ਰਮਾਤਮਾ ਨਾਲ ਸਾਨੂੰ ਮਿਲਾ ਦੇ। ਗੁਰਾਂ ਦੇ ਚਰਨੀ ਲੱਗੀਏ, ਸੰਗਤ ਦੇ ਚਰਨੀ ਲੱਗੀਏ। ਇਸ ਮਹੀਨੇ ਦਾ ਮਹਾਰਾਜ ਨੇ ਉਪਦੇਸ਼ ਜੋ ਬਖਸ਼ਿਸ਼ ਕੀਤਾ ਪਾਵਨ ਪਵਿੱਤਰ, ਸੋ ਹਿਰਦੇ 'ਚ ਵਸਾਈਏ, ਰੋਜ਼ ਮਹੀਨਾ ਪੜ੍ਹੀਏ। ਅਗਲਾ ਮਹੀਨਾ ਜਿਹੜਾ ਵਿਸਾਖ ਦਾ ਆਉਣਾ ਉਹ 'ਚ ਅੰਮ੍ਰਿਤ ਸੰਚਾਰ ਵੀ ਹੋਣਾ, ਉਹ ਤਿਆਰੀਆਂ ਵੀ ਕਰ ਲਓ। ਜਿਨ੍ਹਾਂ ਅੰਮ੍ਰਿਤ ਛਕਣਾ,
ਜਿਨ੍ਹਾਂ ਨੇ ਕੁਰੈਹਤ ਕਰ ਲਈ, ਗਲਤੀ ਕਰ ਲਈ ਭਾਈ, ਉਹ ਵੀ ਸਾਵਧਾਨ ਹੋ ਜਾਓ। ਦੁਬਾਰਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਆਪਾਂ ਸਾਰੀ ਸਿਆਣਪ ਛੱਡ ਕੇ ਇਹਦਾ ਕੀ ਫਾਇਦਾ, ਉਹਦਾ ਕੀ ਫਾਇਦਾ, ਇਹ ਛੱਡ ਦਿਓ। ਇੱਕ ਗੱਲ ਮੰਨੋ ਕਿ ਮੈਨੂੰ ਬਚਨ ਹੈ, ਮੈਨੂੰ ਹੁਕਮ ਹੈ ਅੰਮ੍ਰਿਤ ਛਕਣ ਦਾ, ਬਸ। ਔਰ ਮੈਂ ਅੰਮ੍ਰਿਤ ਛਕਣਾ ਹੈ। ਮੈਨੂੰ ਹੁਕਮ ਹੈ ਨਿਤਨੇਮ ਦਾ, ਮੈਂ ਨਿਤਨੇਮ ਦਾ ਹੁਕਮ ਮੰਨਣਾ। ਮੈਂ ਕੀ ਲੈਣਾ, ਤੁਸੀਂ ਕੀ ਲੈਣਾ ਫਰੋਲਾ ਫਰਾਲੀ ਕਰਕੇ? ਕੰਘੇ ਦੀ ਕੀ ਲੋੜ ਹੈ, ਇਹਦੀ ਕੀ ਲੋੜ ਹੈ? ਆਪਾਂ ਤਾਂ ਤਰਨਾ ਹੈ। ਆਪਾਂ ਗਿਣਤੀਆਂ ਮਿਣਤੀਆਂ ਨਹੀਂ ਗਿਣਨੀਆਂ। ਗਿਣਤੀਆਂ ਮਿਣਤੀਆਂ ਉਹ ਗਿਣੇ ਜਿਹਨੂੰ 10ਵੇਂ ਪਾਤਸ਼ਾਹ ਦੇ ਕੋਈ ਸ਼ੱਕ ਹੈ। ਸਾਨੂੰ ਜੇ ਆਪਣੇ ਗੁਰੂ ਤੇ ਕੋਈ ਸ਼ੰਕਾ ਹੀ ਨਹੀਂ, 100% ਸ਼ਰਧਾ ਹੈ। ਸੱਚੇ ਪਾਤਸ਼ਾਹ ਜਾਨੂੰ ਮੈਨੂੰ ਕਹਿਣੇ ਵੀ ਆਹ ਮਿੱਟੀ ਚੱਕ ਕੇ ਖਾ ਲਾ ਓਏ, ਮੈਂ ਥੋੜੀ ਕਹੂੰਗਾ ਵੀ ਮੈਂ ਨਹੀਂ ਜੀ ਮਿੱਟੀ ਖਾਂਦਾ। ਨਹੀਂ, ਉਹ ਮਿੱਟੀ ਨਹੀਂ, ਉਹ ਤਾਂ ਅੰਮ੍ਰਿਤ ਹੋ ਗਿਆ। ਜਿੱਥੇ ਉਹਨਾਂ ਦੀ ਨਿਗਾਹ ਪੈ ਗਈ ਉਹ ਤਾਂ ਅੰਮ੍ਰਿਤ ਬਣ ਗਿਆ। ਉਹ ਜੋ 10ਵੇਂ ਪਾਤਸ਼ਾਹ ਹੁਕਮ ਕਰਦੇ ਉਹਨੂੰ ਮੰਨ ਲਓ, ਦੁਨੀਆ ਮਗਰ ਨਾ ਲੱਗੋ। ਫਿਰ ਸਤਿਗੁਰੂ ਸਾਡੇ ਤੇ ਬਖਸ਼ਿਸ਼ਾਂ ਕਰਨਗੇ, ਅਸੀਂ ਤਰ ਜਾਵਾਂਗੇ। 5 ਪਿਆਰਿਆਂ ਦੀ ਸਿੱਖਿਆ ਕਮਾਈਏ ਔਰ ਉਹਨਾਂ ਦਿੱਤਾ ਹੋਇਆ ਨਾਮ ਜਪੀਏ, ਜਿਸ ਕਰਕੇ ਸਾਡਾ ਵੀ ਭਲਾ ਹੋ ਜਾਏ। ਵਾਹਿਗੁਰੂ 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 ਵਾਹਿਗੁਰੂ